ਕਦੇ ਮਿੱਟੀ ਦੇ ਭਾਂਡੇ ਬਣਵਾਤੇ ਸਾਨੂੰ, ਕਦੇ ਉਹ ਗੱਤੇ ਦੇ ਡੱਬਿਆਂ 'ਚ ਡੈਕੋਰੇਸ਼ਨ ਕਰਵਾਤੀ। ਉਹ ਉਦੋਂ ਤੋਂ ਸ਼ੁਰੂ ਤੋਂ ਇਹ ਚੀਜ਼ਾਂ ਦਿਮਾਗ 'ਚ ਆਉਂਦੀਆਂ ਰਹੀਆਂ ਤੇ ਉਸੇ ਤੋਂ ਹੀ ਮੈਂ ਸ਼ਾਇਦ ਕ੍ਰੀਏਟਿਵ ਹੋਈ ਹਾਂ। ਜੇ ਹੁਣ ਜੋ ਚੀਜ਼ ਜ਼ਿੰਦਗੀ 'ਚ ਪੈ ਗਈ, ਜੇ ਹੁਣ ਮੈਂ ਉਹਨੂੰ ਫੜ ਕੇ ਬੈਠੀ ਰਹੂੰਗੀ ਤਾਂ ਮੈਂ ਖੜੇ ਪਾਣੀ ਵਰਗੀ ਹਾਂ, ਮੈਂ ਖੜ ਗਈ। ਮੈਂ ਮੇਰੇ ਪਾਪਾ ਨੂੰ ਕਿਹਾ ਕਿ ਆਪਾਂ ਗੱਤਾ ਨਹੀਂ, ਡੱਬਾ ਨਹੀਂ ਦੇਣਾ। ਉਹ ਕਹਿੰਦੇ ਫਿਰ ਮਿਠਾਈ ਕਿਹਦੇ 'ਚ ਦੇਂਗੀ ਤੂੰ? ਟਰਾਂਸਲੇਸ਼ਨ ਦਾ ਬੜਾ ਕੁਝ ਚੱਲਦਾ। ਮੈਨੂੰ ਲੱਗਦਾ ਕਿ ਆਨਲਾਈਨ ਨੌਕਰੀਆਂ ਲਈ ਭਰਿਆ ਪਿਆ ਜੇ ਕੋਈ ਬੱਚਾ ਕਰਨਾ ਚਾਹੇ। ਮੈਂ ਇਹ ਕਹਿਣੀ ਹੈ ਕਿ ਮਤਲਬ ਆਪਦੇ ਆਪ ਨੂੰ ਨਾ ਤਰਸਯੋਗ ਪਾਤਰ ਨਾ ਬਣਾਓ। ਜੇ ਅਸੀਂ ਕਮਾਉਣ ਤੇ ਆਈਏ ਨਾ, ਇੱਥੇ ਬੈਠੇ ਘਰੇ ਡਾਲਰ ਕਮਾ ਸਕਦੇ ਆ, ਪੌਂਡਸ ਦੇ ਵਿੱਚ ਅਰਨਿੰਗ ਲੈ ਸਕਦੇ ਆ। ਅਸੀਂ ਬੱਚਿਆਂ ਨੂੰ ਸਿਰਫ ਇੱਕੋ ਇੱਕ ਚੀਜ਼ ਦਿਖਾਤੀ, ਆਇਲਸ ਦਿਖਾਤਾ। ਇੰਨਾ ਜ਼ਿਆਦਾ ਕੰਮ ਆਨਲਾਈਨ ਪਿਆ, ਜੇ ਅੱਧਾ ਇੰਡੀਆ ਵੀ ਕਰਨਾ ਚਾਹੇ ਨਾ ਤਾਂ ਅੱਧਾ ਇੰਡੀਆ ਕਰ ਸਕਦਾ। ਤੁਸੀਂ ਵੇਖ ਰਹੇ ਹੋ ਬੀ ਸੋਸ਼ਲ ਤੇ ਮੈਂ ਤੁਹਾਡੇ ਨਾਲ ਰਣਦੀਪ ਪੰਧੀਰ। ਘਰ ਸੰਭਾਲਣੇ ਬਹੁਤ ਔਖੇ ਨੇ। ਘਰ ਨੂੰ ਬਣਾਉਣ ਲਈ ਜਿੰਨਾ ਸਮਾਂ ਲੱਗਦਾ ਏ, ਜਾਂ ਇਹ ਕਹਿ ਲਈਏ ਕਿ ਮਕਾਨ ਬਣਾਉਣ ਲਈ ਜਿੰਨਾ ਸਮਾਂ ਲੱਗਦਾ ਏ, ਉਸ ਤੋਂ ਕਿਤੇ ਜ਼ਿਆਦਾ ਰੀਝ ਲੱਗਦੀ ਹੈ ਉਸ ਮਕਾਨ ਨੂੰ ਘਰ ਬਣਾਉਣ ਲਈ। ਬੰਦੇ ਦਾ ਕੰਮ ਬਹੁਤਾ ਕਰਕੇ ਘਰ ਤੋਂ ਬਾਹਰ ਰਹਿੰਦਾ ਹੈ। ਹਾਲਾਂਕਿ ਅਜੋਕੇ ਸਮੇਂ ਦੇ ਵਿੱਚ ਜਿਹੜੀਆਂ ਘਰੇਲੂ ਸੁਆਣੀਆਂ ਨੇ ਉਹ ਵੀ ਕੰਮਕਾਜੀ ਹੋ ਚੁੱਕੀਆਂ ਨੇ, ਪਰ ਫਿਰ ਵੀ ਬੇਸ਼ੱਕ ਅਸੀਂ ਬਾਹਰ ਜਾ ਕੇ ਕੰਮ ਕੀਤੇ, ਪਰ ਘਰ ਪਰਿਵਾਰ ਸੰਭਾਲਣ ਦੀ ਜ਼ਿੰਮੇਵਾਰੀ ਹਲੇ ਵੀ ਸਾਡੇ ਸਮਾਜ ਦੇ ਵਿੱਚ ਕੁੜੀਆਂ ਦੇ ਉੱਤੇ ਹੀ ਹੈ। ਸਾਡੀਆਂ ਮਾਵਾਂ ਭੈਣਾਂ, ਅਸੀਂ ਨਿੱਕੇ ਹੁੰਦੇ ਤੋਂ ਦੇਖਦੇ ਆਏ ਹਾਂ, ਉਹ ਇਹ ਕੰਮ ਕਰਦੀਆਂ ਰਹੀਆਂ ਨੇ। ਪਰ ਨਾਲ ਹੀ ਇੱਕ ਦੂਜਾ ਪਾਸਾ ਆਉਂਦਾ ਹੈ ਕਿ ਅਸੀਂ ਬਾਹਰ ਜੋ ਕੁਝ ਮਰਜ਼ੀ ਕਰ ਲਈਏ, ਘਰ ਅਸੀਂ ਸੰਭਾਲਣੇ ਨੇ, ਅਸੀਂ ਨਿਆਣੇ ਪਾਲਣੇ ਨੇ, ਬਹੁਤ ਔਖਾ ਕੰਮ ਹੈ। ਬੇਸ਼ੱਕ ਬਹੁਤ ਔਖਾ ਏ, ਪਰ ਸੌਖਾ ਇਹ ਕੰਮ ਕਿਸੇ ਲਈ ਵੀ ਨਹੀਂ ਹੈ, ਤੇ ਸਿਰਫ ਉਹਨਾਂ ਲਈ ਹੈ ਜੋ ਇਸ ਕੰਮ ਨੂੰ ਸੌਖਾ ਬਣਾ ਲੈਂਦੇ ਨੇ। ਅਕਸਰ ਇਹ ਵੀ ਸੁਣਨ ਦੇ ਵਿੱਚ ਆਉਂਦਾ ਹੈ ਕਿ ਕੁੜੀਆਂ ਲਈ ਜਿਹੜਾ ਪੜ੍ਹਾਉਣ ਦੀ ਨੌਕਰੀ, ਚਾਹੇ ਉਹ ਸਕੂਲ ਕਾਲਜ ਹੋਵੇ, ਉਹੀ ਜ਼ਿਆਦਾ ਵਧੀਆ ਹੁੰਦੀ ਹੈ, ਕਿਉਂਕਿ ਤੁਸੀਂ ਸਮਾਂ ਦੇ ਸਕਦੇ ਹੋ ਆਪਣੇ ਪਰਿਵਾਰ ਨੂੰ, ਆਪਣੇ ਬੱਚੇ ਨੂੰ। ਇੱਕ ਫਿਕਸ ਜਿਹੜਾ ਸਮਾਂ ਹੈ, ਨਿਯਤ ਸਮੇਂ ਦੇ ਵਿੱਚ ਤੁਸੀਂ ਇਹ ਕੰਮ ਕਰਦੇ ਹੋ ਸਕੂਲ ਕਾਲਜ ਦੇ, ਹੈ ਨਾ। ਤਾਂ ਕਰਕੇ ਵੀ ਇਸ ਕੰਮ ਨੂੰ ਚੰਗਾ ਮੰਨਿਆ ਜਾਂਦਾ ਹੈ। ਪਰ ਅੱਜ ਜਿਸ ਸ਼ਖਸੀਅਤ ਦੇ ਮੈਂ ਤੁਹਾਨੂੰ ਰੂਬਰੂ ਕਰਵਾਉਣਾ, ਉਹਨਾਂ ਨੇ ਇਹ ਪਹਿਲਾਂ ਤੋਂ ਹੀ ਤੈਅ ਕਰ ਲਿਆ ਸੀ ਕਿ ਉਹਨਾਂ ਨੇ ਸਕੂਲ ਜਾਂ ਕਾਲਜ ਦੇ ਵਿੱਚ ਨੌਕਰੀ ਨਹੀਂ ਕਰਨੀ। ਉਹਨਾਂ ਨੇ ਆਪਣੀ ਰਾਹ ਆਪ ਬਣਾਈ, ਬਹੁਤ ਸਾਰੇ ਕੰਮ ਕੀਤੇ, ਜੀ ਹਾਂ, ਬਹੁਤ ਸਾਰੀਆਂ ਨੌਕਰੀਆਂ ਕੀਤੀਆਂ, ਤੇ ਖਾਸ ਕਰਕੇ ਉਹ ਕੰਮ ਕੀਤੇ ਜਿਸ ਖੇਤਰ ਦੇ ਵਿੱਚ ਵਧੇਰੇ ਕਰਕੇ ਕੁੜੀਆਂ ਪੈਰ ਨਹੀਂ ਧਰਦੀਆਂ। ਉਹਨੂੰ ਲੱਗਦਾ ਕਿ ਇਹ ਖੇਤਰ ਸਾਡਾ ਨਹੀਂ ਹੈ। ਕ੍ਰੀਏਟਿਵ ਮਾਈਂਡਡ ਨੇ, ਬਹੁਤ ਸੋਹਣਾ ਉਹਨਾਂ ਨੇ ਆਪਣੇ ਘਰ ਨੂੰ ਸਜਾਇਆ ਹੋਇਆ। ਮੈਂ ਤੁਹਾਡੇ ਰੂਬਰੂ ਕਰਵਾ ਰਹੀ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਸਾਡੇ ਮਹਿਮਾਨ ਨੇ ਰਿਚਾ ਪ੍ਰਭਾਕਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਤੁਸੀਂ? ਮੈਂ ਬਹੁਤ ਵਧੀਆ ਭੈਣ, ਤੁਸੀਂ ਸੁਣਾਓ ਕਿੱਦਾਂ? ਬਹੁਤ ਵਧੀਆ, ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ। ਥੈਂਕ ਯੂ ਸੋ ਮਚ। ਕਾਫੀ ਸਮੇਂ ਤੋਂ ਆਪਣੀ ਗੱਲ ਹੋ ਰਹੀ ਸੀ, ਪਰ ਮਿਲਣ ਦਾ ਸਬੱਬ ਅੱਜ ਬਣਿਆ, ਹੈ ਨਾ। ਹਾਂਜੀ, ਤੁਸੀਂ ਘਰ ਬਹੁਤ ਸੋਹਣਾ ਸਜਾਇਆ ਹੈ। ਬਹੁਤ ਬਹੁਤ ਧੰਨਵਾਦ। ਅੱਛਾ, ਮੈਨੂੰ ਪਤਾ ਚੱਲਿਆ ਘਰ ਨੂੰ ਪੇਂਟ ਵੀ ਤੁਸੀਂ ਆਪੇ ਕੀਤਾ। ਹਾਂਜੀ, ਇਹ ਮੈਂ ਕਰ ਲੈਂਦੀ ਹਾਂ। ਇਹ ਸਾਰਾ ਕੁਝ ਮੈਨੂੰ ਲੱਗਦਾ ਕਿ ਨਵੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ। ਤੇ ਫਿਰ ਇੱਕ ਦਿਨ ਵੈਸੇ ਹੀ ਮਨ 'ਚ ਆਇਆ ਸੀਗਾ ਕਿ ਜਿਹੜੀ ਕੰਧ ਸੀ ਉਹ ਖਰਾਬ ਸੀ ਘਰ ਦੀ, ਤੇ ਉਹ ਕਰੀ ਤੇ ਉਹ ਵਧੀਆ ਲੱਗੀ। ਫਿਰ ਲੱਗਿਆ ਕਿ ਅੱਗੇ ਸ਼ੁਰੂ ਕੀਤਾ ਜਾਵੇ। ਫਿਰ ਪਾਪਾ ਨੇ ਕਿਹਾ ਕਿ ਤੂੰ ਇਹ ਕੋਈ ਕੰਮ ਹੈ ਤੂੰ ਜੋ ਕਰ ਰਹੀ ਹੈ, ਹੈ ਨਾ। ਤੇ ਫਿਰ ਮੈਂ ਕਿਹਾ ਕੋਈ ਗੱਲ ਨਹੀਂ, ਆਪਾਂ ਕਰਕੇ ਤਾਂ ਦੇਖਦੇ ਹਾਂ। ਐਟ ਦਾ ਫਿਰ ਐਂਡ ਮੇਰੇ ਨਾਲ ਮੇਰਾ ਬ੍ਰਦਰ ਵੀ ਲੱਗਿਆ, ਪਾਪਾ ਵੀ ਲੱਗੇ, ਤੇ ਅਸੀਂ ਸਾਰਾ ਘਰ ਜਿਹੜਾ ਸੀ ਉਹ ਪੇਂਟ ਕਰਤਾ। ਤੇ ਫਿਰ ਉਸ ਤੋਂ ਬਾਅਦ ਉਹ ਪਤਾ ਚੱਲ ਗਿਆ ਕਿ ਇਹ ਤਜਰਬਾ ਹੋ ਗਿਆ। ਤੇ ਮੈਨੂੰ ਲੱਗਦਾ ਕਿ ਹੁਣ ਮੈਂ ਇਨ-ਲॉज ਫੈਮਿਲੀ ਦੇ ਵਿੱਚ ਆ ਕੇ ਮੇਰੇ ਹਸਬੈਂਡ ਨਾਲ ਪੇਂਟ ਕਰਦੀ ਹਾਂ, ਤੇ ਪਹਿਲਾਂ ਉੱਤੇ ਕਰਦੀ ਸੀ। ਹਾਂਜੀ, ਇਹ ਮੇਰਾ ਮਤਲਬ ਸ਼ੌਂਕ ਹੈ, ਮਤਲਬ ਇੱਕ ਸਾਈਡ ਬਾਏ ਮੈਂ ਕਰਦੀ ਹਾਂ ਨਾਲ। ਦੇਖੋ, ਕੁੜੀ ਘਰ ਜੋੜਨ ਵਾਲੀ ਹੈ, ਹੈ ਨਾ। ਸਹੁਰੇ ਘਰ ਦੇ ਵਿੱਚ ਰੰਗ ਰੋਗਨ ਦਾ ਖਰਚਾ ਬਚ ਗਿਆ। ਹਾਂਜੀ, ਬਿਲਕੁਲ। ਹਾਂਜੀ। ਅੱਛਾ, ਤੁਸੀਂ ਜਦੋਂ
ਇਹ ਵਾਲੇ ਕੰਮ ਕਰ ਰਹੇ ਹੋ ਹਨਾ, ਨਾਲ ਤੁਸੀਂ ਨੌਕਰੀ ਪੇਸ਼ਾ ਵੀ ਹੋ, ਜੇ ਤੁਸੀਂ ਬੱਚਾ ਵੀ ਸੰਭਾਲ ਰਹੇ ਹੋ, 2 ਸਵਾ 2 ਵਰਿਆਂ ਦੀ ਇੱਕ ਬੇਟੀ ਹੈ ਤੁਹਾਡੀ, ਹਾਂਜੀ, ਕਿਵੇਂ ਮੈਨੇਜ ਕਰਦੇ ਹੋ ਸਾਰਾ ਕੁਝ? ਇਹ ਸਭ ਹੋ ਜਾਂਦਾ। ਮੈਨੂੰ ਨਹੀਂ ਲੱਗਦਾ ਕਿ ਕੁਝ ਚੀਜ਼ ਔਖੀ ਹੈ। ਤੁਹਾਡੇ ਜਿਹੜੇ ਵਿਚਾਰ ਹੁੰਦੇ ਆ ਨਾ, ਜੇ ਉਹ ਸੌਖੇ ਆ, ਠੀਕ ਹੈ, ਜੇ ਉਹ ਵਿਚਾਰਾਂ 'ਚ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਕਿ ਮੈਂ ਕਰ ਲੂੰਗੀ, ਤਾਂ ਤੁਸੀਂ ਸਭ ਕਰ ਲੈਂਦੇ ਹੋ। ਔਰ ਮਤਲਬ ਚੰਗੀ ਗੱਲ ਇਹ ਹੈ ਕਿ ਜੇ ਤੁਸੀਂ ਪੋਜ਼ਿਟਿਵ ਹੋ ਕੇ ਸੋਚੋ ਤਾਂ ਤੁਸੀਂ ਮੈਨੇਜਮੈਂਟ ਬਹੁਤ ਸੋਹਣੀ ਨਿਭਾ ਸਕਦੇ ਹੋ, ਕਿਉਂਕਿ ਇਹਨਾਂ ਚੀਜ਼ਾਂ 'ਚ ਤੁਹਾਡੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੇ, ਤੇ ਇਹੀ ਨਿੱਕੀਆਂ ਖੁਸ਼ੀਆਂ ਤੁਹਾਡੀ ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀਆਂ, ਖੂਬਸੂਰਤ ਬਣਾ ਦਿੰਦੀਆਂ ਨੇ। ਤੇ ਜੇ ਇਹੀ ਨੇ ਨਾਲ, ਤਾਂ ਤੁਹਾਨੂੰ ਜ਼ਿੰਦਗੀ ਦਾ ਕੋਈ ਵੀ ਪੜਾਅ ਜਿਹੜਾ ਉਹ ਪਾਰ ਕਰਨਾ ਔਖਾ ਨਹੀਂ ਹੁੰਦਾ। ਰਿਚਾ, ਤੁਸੀਂ ਕਿੱਥੋਂ ਤੱਕ ਪੜ੍ਹਾਈ ਕੀਤੀ ਹੈ? ਮੈਂ ਭੈਣ BCA ਕੀਤੀ, B.Ed ਕੀਤੀ ਗਵਰਨਮੈਂਟ ਸਟੇਟ ਕਾਲਜ ਪਟਿਆਲਾ ਤੋਂ, BCA ਕੀਤੀ ਭਾਈ ਗੁਰਦਾਸ ਤੋਂ, ਤੇ ਫਿਰ MCA ਕੀਤੀ ਆਸਟਰਾ ਗਰੁੱਪ ਆਫ ਇੰਸਟੀਚਿਊਟ ਪਟਿਆਲਾ ਤੋਂ। ਅੱਛਾ, ਹਾਂਜੀ। ਤੇ ਤੁਹਾਨੂੰ ਇਹ ਨਹੀਂ ਲੱਗਿਆ B.Ed ਤੁਸੀਂ ਜਦੋਂ ਕੀਤੀ ਹੋਣੀ, ਇਹੀ ਸੋਚ ਕੇ ਕੀਤੀ ਹੋਣੀ ਵੀ ਤੁਸੀਂ ਟੀਚਿੰਗ 'ਚ ਆਉਣਾ, ਤੁਹਾਨੂੰ ਨਹੀਂ ਲੱਗਿਆ ਵੀ ਸਕੂਲ ਦੇ ਵਿੱਚ ਕਿਤੇ ਪੜ੍ਹਾਉਣਾ ਜ਼ਿਆਦਾ ਬਿਹਤਰ ਇੱਕ ਬਦਲ ਹੋ ਸਕਦਾ? ਇਹ ਐਕਚੁਅਲੀ B.Ed ਮੈਂ ਇਸ ਚੱਕਰ 'ਚ ਨਹੀਂ ਸੀ ਕੀਤੀ ਕਿ ਮਤਲਬ ਮੈਂ ਪੜ੍ਹਾਉਣਾ, ਕਿਉਂਕਿ B.Ed ਕਿਤੇ ਨਾ ਕਿਤੇ ਤੁਹਾਨੂੰ ਜਿਹੜੀ ਬੱਚਿਆਂ ਨੂੰ ਅੱਗੇ ਪਾਲਣ ਦਾ ਟਾਈਮ, ਕਿਉਂਕਿ ਮੈਂ ਫੀਮੇਲ ਹਾਂ, ਇਹ ਤਾਂ ਫਿਊਚਰ 'ਚ ਆਉਣਾ ਹੀ ਹੈ ਨਾ, ਤਾਂ ਤੁਹਾਨੂੰ ਕਿਤੇ ਨਾ ਕਿਤੇ ਬੱਚਿਆਂ ਨੂੰ ਕਿਵੇਂ ਹੈਂਡਲ ਕਰਨਾ, ਉਹਨਾਂ ਦੀ ਸਾਈਕੋਲੋਜੀ ਕਿਵੇਂ ਸਮਝਣੀ ਹੈ, ਇਸ ਵੇ ਦੇ ਵਿੱਚ ਮੈਨੂੰ ਲੱਗਿਆ ਸੀ ਕਿ ਮੈਂ ਕੁਛ ਨਾ ਕੁਛ ਨਵਾਂ ਸਿੱਖੂੰਗੀ ਉਹਦੇ ਤੋਂ, ਬੱਚਿਆਂ ਨੂੰ ਹੈਂਡਲ ਕਿਵੇਂ ਕਰਨਾ। ਕਿਉਂਕਿ ਮੇਰੇ ਫਾਦਰ ਰਿਟਾਇਰਡ ਟੀਚਰ ਨੇ, ਅਤੇ ਉਹ ਬਹੁਤ ਵਧੀਆ ਮਤਲਬ ਟੀਚਰ, ਬੱਚੇ ਉਹਨਾਂ ਨੂੰ ਮੰਨਦੇ ਸੀ, ਅਤੇ ਉਹ ਵੀ ਆਪਣੇ ਟਾਈਮ 'ਤੇ B.Ed M.Ed ਸੀਗੇ। ਅਤੇ ਮੈਨੂੰ ਲੱਗਦਾ ਸੀ ਕਿ ਇੱਕ ਉਹ ਵਾਲੀ ਐਜੂਕੇਸ਼ਨ ਹੈ ਜਿਹੜੀ ਇੱਕ ਫੀਮੇਲ ਨੂੰ ਲੈਣੀ ਚਾਹੀਦੀ ਹੈ, ਕਿਉਂਕਿ ਤੁਸੀਂ ਅੱਗੇ ਇੱਕ ਪਰਿਵਾਰ ਤੋਰਨਾ, ਬੱਚਿਆਂ ਨੂੰ ਬਹੁਤ ਕੁਝ ਸਮਝਾਉਣਾ ਹੈ। ਜੇ ਤੁਹਾਨੂੰ ਆਪਦਾ ਬੱਚਾ ਪੜ੍ਹਾਉਣਾ ਨਹੀਂ ਆਊਗਾ ਅਤੇ ਉਹਨੂੰ ਸਮਝਾਉਣਾ ਨਹੀਂ ਆਊਗਾ, ਤਾਂ ਤੁਸੀਂ ਕਿਤੇ ਨਾ ਕਿਤੇ ਪਿੱਛੇ ਰਹਿ ਜਾਓਗੇ ਇਸ ਚੀਜ਼ ਲਈ। ਜੀ। ਹਾਂਜੀ। ਰਿਚਾ, ਤੁਸੀਂ ਕੁਦਰਤ ਨੂੰ ਬਹੁਤ ਪਿਆਰ ਕਰਦੇ ਹੋ। ਹਾਂਜੀ। ਤੁਹਾਡੇ ਘਰ 'ਚ ਜਿਵੇਂ ਹੀ ਅਸੀਂ ਦਾਖਲ ਹੋਏ ਤਾਂ ਇੱਕ ਮਹਿਸੂਸ ਹੁੰਦਾ ਕਿ ਵੀ ਇੱਕ ਜਿਉਂਦਾ ਜਾਗਦਾ ਘਰ ਹੈ। ਥੈਂਕ ਯੂ। ਹੈ ਨਾ, ਇੱਕ ਜ਼ਿੰਦਗੀ ਧੜਕ ਰਹੀ ਹੈ ਘਰ ਦੇ ਵਿੱਚ। ਅਤੇ ਇਹ ਜਿਹੜੀਆਂ ਚੀਜ਼ਾਂ ਨੇ, ਤੁਸੀਂ ਇਹਨਾਂ 'ਚੋਂ ਜਿਵੇਂ ਅਸੀਂ ਅੰਦਰ ਆਏ, ਪਤਾ ਚੱਲਦਾ ਕਿ ਬਹੁਤੀਆਂ ਚੀਜ਼ਾਂ ਤੁਸੀਂ ਆਪ ਬਣਾਈਆਂ ਹੋਈਆਂ ਨੇ। ਅਤੇ ਭਾਜੀ ਦੱਸ ਰਹੇ ਸੀ ਕਿ ਬਹੁਤੀਆਂ ਚੀਜ਼ਾਂ ਤਾਂ ਉਹ ਨੇ ਜਿਹੜੀਆਂ ਲੋਕਾਂ ਨੇ ਸੁੱਟੀਆਂ ਹੋਈਆਂ ਸੀ, ਅਤੇ ਤੁਸੀਂ ਰਲ ਕੇ ਲਿਆ ਕੇ ਉਹਨੂੰ ਇੱਕ ਨਵਾਂ ਰੂਪ ਦੇਤਾ। ਹਾਂਜੀ। ਇਹ ਤੁਹਾਡੇ 'ਚ ਹੁਨਰ ਕਿੱਥੋਂ ਆਇਆ? ਇਹ ਭੈਣ ਅਸਲ 'ਚ ਮੈਂ ਪਲੀ ਇਸ ਮਾਹੌਲ 'ਚ ਹਾਂ। ਮੇਰੇ ਫਾਦਰ ਬਹੁਤ ਕ੍ਰੀਏਟਿਵ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ। ਉਹ ਮਤਲਬ ਸ਼ੁਰੂ ਤੋਂ ਕੋਈ ਨਾ ਕੋਈ ਚੀਜ਼ ਜੋ ਉਹ ਕਰਦੇ ਸੀਗੇ ਤਾਂ ਅਸੀਂ ਨਾਲ ਦੇਖ ਕੇ ਕਰਦੇ ਸੀ। ਕਈ ਵਾਰ ਜਦੋਂ ਸਾਂਝੀ ਤੇਰਨ ਜਾਂਦੇ ਸੀ ਤਾਂ ਉਹ ਸਾਨੂੰ ਨਾ ਉਹ ਗੱਤੇ ਦੇ ਡੱਬੇ ਬਣਾਉਂਦੇ ਹੁੰਦੇ ਸੀ, ਉਹਦੇ ਵਿੱਚ ਡਿਜ਼ਾਈਨ ਪਾ ਕੇ ਕਿ ਇਹਦੇ 'ਚ ਦੀਵੇ ਰੱਖੋ ਅਤੇ ਤੁਸੀਂ ਤੈਰ ਕੇ ਆਇਓ, ਹੈ ਨਾ। ਅਤੇ ਉਹ ਛੋਟੀਆਂ ਛੋਟੀਆਂ ਚੀਜ਼ਾਂ, ਉਹ ਕਦੇ ਮਿੱਟੀ ਦੇ ਭਾਂਡੇ ਬਣਵਾਤੇ ਸਾਨੂੰ, ਕਦੇ ਉਹ ਗੱਤੇ ਦੇ ਡੱਬਿਆਂ 'ਚ ਡੈਕੋਰੇਸ਼ਨ ਕਰਵਾਤੀ। ਉਹ ਉਦੋਂ ਤੋਂ ਸ਼ੁਰੂ ਤੋਂ ਇਹ ਚੀਜ਼ਾਂ ਦਿਮਾਗ 'ਚ ਆਉਂਦੀਆਂ ਰਹੀਆਂ, ਅਤੇ ਉਸੇ ਤੋਂ ਹੀ ਮੈਂ ਸ਼ਾਇਦ ਕ੍ਰੀਏਟਿਵ ਹੋਈ ਹਾਂ। ਅਤੇ ਮੈਨੂੰ ਲੱਗਦਾ ਹੁੰਦਾ ਕਿ ਜਿਹੜੀ ਨਵੀਂ ਚੀਜ਼ ਆ ਉਹਨੂੰ ਤਾਂ ਸੋਹਣਾ ਕੋਈ ਵੀ ਬਣਾ ਲੂਗਾ, ਜਿਹੜੀ ਚੀਜ਼ ਕੋਈ ਪੁਰਾਣੀ ਹੈ ਜਾਂ ਜਿਹੜੀ ਚੀਜ਼ ਦੇ ਵਿੱਚ ਰੂਹ ਨਹੀਂ ਪਈ ਹੋਈ, ਉਹਦੇ 'ਚ ਰੂਹ ਪਾਓ, ਹੈ ਨਾ। ਅਤੇ ਫਿਰ ਇੱਕ ਵਾਰ ਅਸੀਂ ਮੈਂ ਅਤੇ ਮੇਰੇ ਹਸਬੈਂਡ ਜਾ ਰਹੇ ਸੀਗੇ, ਅਤੇ ਰਸਤੇ 'ਚ ਇੱਕ ਬਹੁਤ ਵੱਡਾ ਪੋਟ ਸੀ ਜਿਹਦੇ 'ਤੇ ਬਾਬਾ ਗਣੇਸ਼ ਜੀ ਦੀ ਬਣਾਈ ਹੋਈ ਸੀ ਮੂਰਤ, ਹੈ ਨਾ। ਅਤੇ ਉਹ ਪਤਾ ਨਹੀਂ ਕਿਉਂ ਕਿਸੇ ਨੇ ਸਿੱਟਿਆ ਹੋਇਆ ਸੀ, ਔਰ ਉਹ 1-2 ਵਾਰ ਮੇਰੇ ਮਨ 'ਚ ਆਇਆ ਕਿ ਇਹ ਕਿਉਂ, ਮਤਲਬ ਆਪਾਂ ਇਹ ਨਰਾਦਰੀ ਹੈ, ਤੁਸੀਂ ਕੋਈ ਰਿਲੀਜੀਅਸ ਮੂਰਤੀ ਨੂੰ ਇਸ ਤਰ੍ਹਾਂ ਤੁਸੀਂ ਸਿੱਟਿਆ ਹੋਇਆ। ਫਿਰ ਉਹਨੂੰ ਅਸੀਂ ਲੈ ਆਏ, ਫਿਰ ਉਹਨੂੰ ਅਸੀਂ ਮੋਡੀਫਾਈ ਕੀਤਾ, ਉਹਦੇ 'ਤੇ ਉਹਨੂੰ ਪੂਰਾ ਡੈਕੋਰੇਟ ਕਰਕੇ, ਅਤੇ ਉਹ ਫਿਰ ਮੈਂ ਆਪਦੀ ਐਂਟਰੈਂਸ 'ਤੇ ਰੱਖਿਆ ਘਰ ਦੀ 'ਤੇ, ਕਿਉਂਕਿ ਮੈਨੂੰ ਲੱਗਦਾ ਕਿ ਮੈਂ ਕਦੇ ਵੀ ਡੈਕੋਰੇਸ਼ਨ ਵਾਲੀ ਚੀਜ਼ ਬਾਹਰੋਂ ਨਹੀਂ ਲੈ ਕੇ ਆਉਂਦੀ, ਮੈਂ ਜ਼ਿਆਦਾਤਰ ਬਣਾਉਂਦੀ ਹੋਈ ਹਾਂ। ਐਵੇਂ ਦੀਆਂ ਚੀਜ਼ਾਂ ਫਿਰ ਮੈਂ ਘਰੇ ਕ੍ਰੀਏਟ ਕਰਦੀ ਹਾਂ, ਤਾਂ ਕਿ ਮੈਨੂੰ ਦੇਖ ਕੇ ਮੇਰੇ ਬੱਚੇ ਸਿੱਖਣ, ਜਿਵੇਂ ਮੇਰੇ ਫਾਦਰ ਤੋਂ ਅਸੀਂ ਸਿੱਖੇ ਹਾਂ। ਅੱਛਾ ਰਿਚਾ, ਜਦੋਂ ਅਸੀਂ ਕੁੜੀਆਂ ਹੁੰਦੀਆਂ ਵਿਆਹ ਤੋਂ ਪਹਿਲਾਂ, ਹੈ ਨਾ, ਤਾਂ ਸਾਡੇ 'ਤੇ ਓਨੀਆਂ ਸ਼ਾਇਦ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਪਰਿਵਾਰਕ, ਤਾਂ ਅਸੀਂ ਕਹਿ ਸਕਦੇ ਹਾਂ ਵੀ ਸਾਡੇ ਕੋਲ ਸਮਾਂ ਬਹੁਤ ਹੁੰਦਾ, ਹੈ ਨਾ। ਪਰ ਵਿਆਹ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਨੇ, ਘਰ ਪਰਿਵਾਰ ਦੀ ਜ਼ਿੰਮੇਵਾਰੀ ਪੈਂਦੀ ਹੈ, ਅਤੇ ਖਾਸ ਕਰਕੇ ਜਦੋਂ ਇੱਕ ਕੁੜੀ ਮਾਂ ਬਣਦੀ ਹੈ, ਹੈ ਨਾ, ਉਹ ਸਮਾਂ ਇਹ ਮੰਨਿਆ ਜਾਂਦਾ ਸਾਡੇ ਸਮਾਜ ਦੇ ਵਿੱਚ ਕਿ
ਔਖਾ ਹੁੰਦਾ ਬਹੁਤ, ਜੀ ਬਿਲਕੁਲ ਕਿਉਂਕਿ ਜੋ ਕਿਤੇ ਨਾ ਕਿਤੇ ਸੱਚ ਵੀ ਹੈ, ਕਿਉਂਕਿ ਕਹਿੰਦੇ ਨੇ ਕਿ ਮਾਂ ਬਣਨਾ ਇੱਕ ਦੂਜਾ ਜਨਮ ਹੁੰਦਾ ਜੀ ਕਿਸੇ ਵੀ ਔਰਤ ਦਾ। ਜੀ ਤੁਸੀਂ ਇੱਕ ਨਵੀਂ ਜ਼ਿੰਦਗੀ ਨੂੰ ਜਨਮ ਦਿੰਦੇ ਹੋ, ਤੁਹਾਡਾ ਵੀ ਇੱਕ ਨਾਲ ਨਵਾਂ ਜਨਮ ਹੁੰਦਾ। ਕਿੰਨੇ ਦੁੱਖ ਤਕਲੀਫਾਂ ਤੁਸੀਂ ਉਸ ਵੇਲੇ ਸਹਿੰਦੇ ਹੋ। ਜੀ ਤੁਹਾਡੇ ਕੋਲ ਇੱਕ ਬੇਟੀ ਹੋਈ, ਹਾਂਜੀ ਤੇ ਉਸ ਬੇਟੀ ਤੋਂ ਬਾਅਦ ਤੁਹਾਡੀ ਬੇਟੀ 20 ਦਿਨਾਂ ਦੀ ਸੀ, ਹਾਂਜੀ ਤੇ ਜਦ ਕਿ ਸਾਡੇ ਸੱਭਿਆਚਾਰ ਦੇ ਵਿੱਚ ਤਾਂ ਇਹ ਹੈ ਕਿ ਜਣੇਪਾ ਕਿਵੇਂ ਦਾ ਵੀ ਹੋਵੇ, ਤੁਸੀਂ 3 ਮਹੀਨੇ ਉੱਠਣਾ ਨਹੀਂ ਉੱਠਣਾ ਨਹੀਂ। ਹਾਂਜੀ ਤੁਹਾਡਾ ਆਪਰੇਸ਼ਨ ਹੋਇਆ ਹਾਂਜੀ ਨਾ, ਫਿਰ ਵੀ ਤੁਸੀਂ 20 ਦਿਨ ਬਾਅਦ ਕਿਵੇਂ ਉੱਠ ਗਏ? ਇਹ ਮੈਨੂੰ ਭੈਣੇ ਲੱਗਿਆ ਹੀ ਨਹੀਂ ਕਿ ਮਤਲਬ ਮੈਂ ਪ੍ਰੈਗਨੈਂਸੀ ਦੌਰਾਨ ਵੀ ਮੈਂ ਪ੍ਰੈਗਨੈਂਟ ਹਾਂ, ਪਹਿਲੀ ਗੱਲ। ਫਿਰ ਬੇਟੀ ਹੋਈ, ਮੈਨੂੰ 2 ਦਿਨ ਦੀ ਜਿਹੜੀ ਤਕਲੀਫ ਸੀ ਉਹ ਜ਼ਰੂਰ ਹੋਈ ਆ, ਜਿਹੜੀ ਸਟਿਚਿੰਗ ਵਾਲੀ ਸੀ। ਉਸ ਤੋਂ ਬਾਅਦ ਮੈਨੂੰ ਲੱਗਦਾ ਸੀ ਕਿ ਮੈਂ ਪੈ ਨਹੀਂ ਸਕਦੀ ਬੈੱਡ 'ਤੇ ਮੈਂ ਮਤਲਬ ਕਿਤੇ ਨਾ ਕਿਤੇ ਵੀ ਇਹ ਚੀਜ਼ ਕਿਵੇਂ ਕੱਟੂੰਗੀ ਹੈ ਨਾ, ਜਾਂ ਕਿਵੇਂ ਮੈਂ ਮਹੀਨਾ। ਮੇਰੇ ਮਦਰ ਨੇ ਮੈਨੂੰ ਇਹ ਚੀਜ਼ ਕਹੀ ਕਿ ਤੂੰ ਰੈਸਟ ਕਰ, ਤੈਨੂੰ ਅੱਗੇ ਜਾ ਕੇ ਇਸ ਚੀਜ਼ ਦਾ ਪਤਾ ਲੱਗੂਗਾ। ਪਰ ਮੈਨੂੰ ਲੱਗਦਾ ਵੀ ਇਹ ਗੱਲਾਂ ਨਹੀਂ ਹੁੰਦੀਆਂ ਜੇ ਤੁਹਾਡੇ ਦਿਮਾਗ ਦੇ ਵਿੱਚ ਇਹ ਵਿਚਾਰ ਨੇ ਨਾ ਕਿ ਤੁਸੀਂ ਬੈੱਡ ਤੋਂ ਉੱਠਣਾ, ਤੁਸੀਂ ਉੱਠ ਸਕਦੇ ਹੋ। ਮੈਨੂੰ 20 ਦਿਨ ਵੀ ਇਹ ਲੱਗਦੇ ਸੀਗੇ ਕਿ ਮੈਂ ਕੀ ਕਰਾਂ ਹੁਣ ਇੱਥੇ, ਮੈਂ ਬੈਠੀ ਹਾਂ, ਮੈਂ ਵਿਹਲੀ ਬੈਠੀ ਹਾਂ, ਹੈ ਨਾ। ਅਤੇ ਬੱਚਾ ਜ਼ਰੂਰ ਤੁਸੀਂ ਪਾਲਦੇ ਹੋ, ਪਰ ਬੱਚਾ ਇੱਕ ਜਿਹੜੀ ਇੱਕ ਫੀਮੇਲ ਆ, ਉਹ ਤਾਂ ਵੈਸੇ ਹੀ ਕੁਦਰਤੀ ਇਹ ਪ੍ਰੋਸੀਜਰ ਹੈ, ਫੀਮੇਲ ਦਾ ਹੀ ਹੋਣਾ ਹੈ ਨਾ। ਇਹ ਕੁਦਰਤ ਨੇ ਦਿੱਤਾ ਹੈ ਤੁਹਾਨੂੰ, ਹੈ ਨਾ। ਇਸ ਚੀਜ਼ ਨੂੰ ਜਿੱਦਾਂ ਮਰਜ਼ੀ ਵੱਡਾ ਬਣਾ ਲਓ, ਇਸ ਚੀਜ਼ ਨੂੰ ਜਿੱਦਾਂ ਮਰਜ਼ੀ ਛੋਟਾ ਬਣਾ ਲਓ, ਹੈ ਨਾ। ਜਦੋਂ ਮਤਲਬ ਪ੍ਰੈਗਨੈਂਸੀ ਸੀ, ਉਸ ਟਾਈਮ ਕਈ ਵਾਰ ਇਹ ਵਿਚਾਰ ਆਇਆ ਵੀ ਬਹੁਤ ਵੱਡੀ ਜ਼ਿੰਮੇਵਾਰੀ ਪੈਣ ਵਾਲੀ ਹੈ ਨਾ ਉੱਪਰ ਕੰਧਿਆਂ 'ਤੇ, ਕਿਵੇਂ ਚੱਕੂੰਗੀ, ਕਿਵੇਂ ਬੱਚਾ ਪਾਲੂੰਗੀ। ਪਰ ਫਿਰ ਮੈਂ ਇਹ ਸੋਚਿਆ ਕਿ ਸਾਡੇ ਮੰਮੀ ਪਾਪਾ ਨੇ ਬੜੇ ਸਹਿਜੇ ਸਾਨੂੰ ਪਾਲਿਆ, ਬੜੇ ਸਿੰਪਲ ਤਰੀਕੇ ਨਾਲ ਸਾਨੂੰ ਪਾਲਿਆ। ਇਸ ਚੀਜ਼ ਨੂੰ ਕਿਤੇ ਵੀ ਕੰਪਲਿਕੇਟਡ ਨਹੀਂ ਕੀਤਾ। ਮੈਂ ਮੇਰੀ ਬੇਟੀ ਨੂੰ ਫਿਰ ਉਸੇ ਤਰੀਕੇ ਨਾਲ ਪਾਲਣਾ ਸ਼ੁਰੂ ਕੀਤਾ, ਠੀਕ ਹੈ, ਅਤੇ ਬੜੇ ਨੋਰਮਲ ਤਰੀਕੇ ਨਾਲ। ਔਰ ਉਸ ਤੋਂ ਬਾਅਦ ਜਿਹੜੀ ਇਹ ਉੱਠਣ ਵਾਲੀ ਗੱਲ ਸੀ, ਮੈਨੂੰ ਇਹ ਲੱਗਦਾ ਸੀਗਾ ਕਿ ਇਸ ਚੀਜ਼ ਨੂੰ ਤੁਸੀਂ ਜਿੰਨਾ ਮਰਜ਼ੀ, ਚਾਹੇ 3 ਮਹੀਨੇ ਪੈ ਜਾਓ, ਚਾਹੇ 6 ਮਹੀਨੇ ਪੈ ਜਾਓ, ਤੁਹਾਡੀ ਬਾਡੀ ਨੇ ਓਨਾ ਹੀ ਚੱਲਣਾ ਜੇ ਤੁਹਾਡੇ ਵਿਚਾਰ ਨਾ ਪੱਖੀ ਨੇ, ਨੈਗੇਟਿਵ ਨੇ। ਤੁਸੀਂ ਪੋਜ਼ੀਟਿਵ ਹੋ ਤਾਂ ਤੁਹਾਡੇ ਲਈ ਸਭ ਕੁਝ ਵਧੀਆ। ਤਾਂ ਫਿਰ ਮੈਨੂੰ ਲੱਗਿਆ ਕਿ ਬਾਕੀ ਦੂਸਰੀ ਗੱਲ ਹੈ, ਜਿਹੜਾ ਬੰਦਾ ਕਿਰਤ ਕਰਦਾ, ਕੰਮ ਕਰਦਾ, ਉਹਦੇ ਲਈ ਨਾ ਇਹ ਸ਼ਿਕਾਇਤਾਂ ਜਿਹੀਆਂ ਨਹੀਂ ਹੁੰਦੀਆਂ। ਤੇ ਫਿਰ ਮੈਨੂੰ ਲੱਗਿਆ ਕਿ ਮੈਂ ਇਹ ਕਰ ਸਕਦੀ ਹਾਂ, ਕੋਈ ਪ੍ਰੋਬਲਮ ਨਹੀਂ ਹੈਗੀ, ਇਹ ਮੇਰੀ ਜ਼ਿੰਦਗੀ ਦਾ ਇੱਕ ਹਿੱਸਾ ਹੈ ਜੀ। ਬਸ। ਇਹ ਫਿਰ ਮੈਂ ਸ਼ੁਰੂ ਕੀਤਾ ਆਪਣਾ ਕੰਮ ਉੱਠ ਕੇ। ਡਾਕਟਰ ਨਵਜੀਤ ਸਿੰਘ ਜੌਲ ਕਹਿੰਦੇ ਹੁੰਦੇ ਨੇ ਹਾਂਜੀ ਕਿ ਜਿਹੜੇ ਜਿਮਨਾਸਟ ਹੁੰਦੇ ਆ ਨਾ, ਉਹਨਾਂ ਦਾ ਸਰੀਰ ਵੀ ਸਾਡੇ ਵਰਗਾ ਹੀ ਹੁੰਦਾ, ਪਰ ਕਿਉਂਕਿ ਉਹ ਰੂਟੀਨ ਦੇ ਵਿੱਚ ਅਭਿਆਸ ਕਰਦੇ ਆ ਜੀ, ਇਸ ਲਈ ਉਹਨਾਂ ਦੀ ਬਾਡੀ ਇੰਨੀ ਫਲੈਕਸੀਬਲ ਹੋ ਜਾਂਦੀ ਹੈ ਨਾ। ਅਸੀਂ ਨਹੀਂ ਕਰਦੇ ਤਾਂ ਸ਼ਾਇਦ ਇਸ ਕਰਕੇ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਅਸੀਂ ਜਿਵੇਂ ਦਾ ਖੁਦ ਨੂੰ ਬਣਾ ਲੈਂਦੇ ਹਾਂ ਉਵੇਂ ਦੀ ਬਣ ਜਾਂਦੇ ਹਾਂ। ਪਰ ਫਿਰ ਵੀ ਇੱਕ ਸਵਾਲ ਮੈਂ ਤੁਹਾਨੂੰ ਜ਼ਰੂਰ ਕਰੂੰਗੀ ਕਿ ਸਹੁਰੇ ਘਰ ਦੀ ਜ਼ਿੰਮੇਵਾਰੀ ਬਿਲਕੁਲ ਤੁਹਾਡੇ 'ਤੇ ਸੀ ਜੀ। ਤੁਹਾਡੇ ਸੱਸ ਮਾਂ ਨਹੀਂ ਹੈਗੇ, ਹਾਂਜੀ, ਤੇ 20 ਦਿਨ ਦੇ ਬੱਚੇ ਨੂੰ ਸੰਭਾਲਣਾ, ਆਪਰੇਸ਼ਨ ਤੁਹਾਡਾ ਹੋਇਆ, ਖੁਦ ਨੂੰ ਸੰਭਾਲਣਾ, ਘਰ ਦੇਖਣਾ, ਹਾਂਜੀ। ਦਿੱਕਤ ਨਹੀਂ ਆਈ? ਮੈਨੂੰ ਕਦੇ ਨਹੀਂ ਆਈ ਦਿੱਕਤ, ਮੈਨੂੰ ਕਦੇ ਨਹੀਂ ਲੱਗਿਆ, ਮੈਨੂੰ ਇਹ ਚੀਜ਼ ਕਦੇ ਫੀਲ ਹੀ ਨਹੀਂ ਹੋਈ। ਹਾਂ, ਇੱਕ ਘਾਟਾ ਜਿਹੜਾ ਮਦਰ ਇਨ ਲਾਅ ਦਾ ਪਿਆ, ਉਹ ਜ਼ਰੂਰ ਪਿਆ, ਕਿਉਂਕਿ ਅਗਰ ਉਹ ਹੁੰਦੇ ਤਾਂ ਸ਼ਾਇਦ ਮੇਰੇ ਮਤਲਬ ਮੈਨੂੰ, ਜਿਵੇਂ ਮੇਰੀ ਬੇਟੀ ਨੂੰ ਮੈਂ ਜੋਬ ਟਾਈਮ ਆਪਦੇ ਮਦਰ ਵੱਲ ਛੱਡ ਕੇ ਆਉਂਦੀ ਹਾਂ, ਹੈ ਨਾ, ਜਾਂ ਲੈ ਕੇ ਆਉਂਦੀ ਹਾਂ, ਇਹ ਚੀਜ਼ਾਂ ਸ਼ਾਇਦ ਨਾ ਹੁੰਦੀਆਂ, ਹੈ ਨਾ। ਪਰ ਮਤਲਬ ਜੇ ਹੁਣ ਜੋ ਚੀਜ਼ ਜ਼ਿੰਦਗੀ 'ਚ ਪੈ ਗਈ, ਜੇ ਹੁਣ ਮੈਂ ਉਹਨੂੰ ਫੜ ਕੇ ਬੈਠੀ ਰਹੂੰਗੀ ਤਾਂ ਮੈਂ ਖੜੇ ਪਾਣੀ ਵਰਗੀ ਹਾਂ, ਮੈਂ ਖੜ ਗਈ, ਹੈ ਨਾ। ਪਾਣੀ ਵੀ ਨਹੀਂ ਕਹਿੰਦਾ ਕਿ ਤੁਸੀਂ ਖੜੋ, ਜਿੱਥੇ ਖੜ ਗਿਆ ਉਹ ਵੀ ਸੁੱਕ ਗਿਆ, ਹੈ ਨਾ। ਹਾਂਜੀ, ਤਾਂ ਜੇ ਤੁਸੀਂ ਵਹਿੰਦੇ ਰਹੋਗੇ, ਤੁਸੀਂ ਚੱਲਦੇ ਰਹੋਗੇ, ਤਾਂ ਹੀ ਤੁਹਾਡੀ ਜ਼ਿੰਦਗੀ ਹੈ। ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਜਿੰਨਾ ਤੁਸੀਂ ਆਪਦੇ ਆਪ ਨੂੰ ਇਹ ਸੋਚ ਲਓਗੇ ਕਿ ਇਹ ਮੁਸੀਬਤਾਂ ਹੈ ਹੀ ਨਹੀਂ, ਉਨੀਆਂ ਉਹ ਘੱਟ ਜਾਣਗੀਆਂ। ਜਿੱਡੇ ਕੰਮ ਨੂੰ ਤੁਸੀਂ ਵੱਡਾ ਬਣਾ ਲਓਗੇ, ਉੱਡਾ ਉਹ ਬਣ ਜਾਊਗਾ, ਹੈ ਨਾ। ਅਤੇ ਇਹ ਮੇਰੇ ਮੰਮੀ ਕਹਿੰਦੇ ਹੁੰਦੇ ਆ ਕਿ ਜਿਹੜਾ ਕੋਈ ਤੁਹਾਨੂੰ ਔਖਾ ਕੰਮ ਲੱਗਦਾ ਨਾ, ਉਹਨੂੰ ਪਹਿਲਾਂ ਕਰ ਦਿਓ। ਅਤੇ ਮੈਂ ਉਹੀ ਚੀਜ਼ ਨੂੰ, ਜੇ ਕੋਈ ਚੀਜ਼ ਮੈਨੂੰ ਲੱਗਦੀ ਵੀ ਆ, ਮੈਂ ਉਹਨੂੰ ਪਹਿਲਾਂ ਸਵੇਰੇ ਨਿਬੇੜ ਲੈਣਾ ਕਿ ਫਿਰ ਮੈਨੂੰ ਸਾਰੇ ਦਿਨ ਦਿੱਕਤ ਦਊਗਾ। ਤਾਂ ਉਹ ਤੁਸੀਂ ਮੈਨੇਜਮੈਂਟ ਹੀ ਇੰਨੀ ਸੋਹਣੀ ਰੱਖੋ ਕਿ ਤੁਹਾਨੂੰ ਕੋਈ ਪ੍ਰੋਬਲਮ ਹੀ ਨਾ ਆਵੇ। ਮੈਨੂੰ ਲੱਗਦਾ ਹੀ ਨਹੀਂ ਕਿ ਮੈਂ ਕਦੇ ਕਿਸੇ ਦੇ ਕੰਮ ਨੂੰ ਵੀ ਨਾ ਕੀਤਾ ਹੋਵੇ, ਜਾਂ ਕਦੇ ਕਿਸੇ ਨੂੰ ਇਹ ਕਿਹਾ ਹੋਵੇ ਕਿ ਮੇਰੇ ਕੋਲ ਅੱਜ ਟਾਈਮ ਨਹੀਂ, ਮੈਂ ਇਹ ਕਰ ਨਹੀਂ ਸਕਦੀ। ਅਤੇ ਜੇ ਤੁਸੀਂ ਮੈਨੇਜ ਸਹੀ ਕਰਦੇ ਹੋ ਚੀਜ਼ਾਂ, ਤਾਂ ਤੁਹਾਡੇ ਕੋਲ ਵਕਤ ਹੀ ਵਕਤ ਹੈ ਹਰ ਚੀਜ਼ ਦੇ ਲਈ। ਅਤੇ ਮੇਰੇ ਅੰਦਰ ਕਦੇ ਇਹ ਵਿਚਾਰ ਆਏ ਹੀ ਨਹੀਂ ਕਿ ਮੈਂ ਔਖੀ ਹਾਂ।
ਹਾਂਜੀ। ਅੱਛਾ ਰਿਚਾ, ਤੁਸੀਂ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀ, ਤੁਸੀਂ ਕਿਹਾ ਸੀ ਕਿ ਮੈਂ ਆਪਣੇ ਵਿਆਹ ਦੇ ਵਿੱਚ ਗੱਤੇ ਦੇ ਡੱਬੇ ਨਹੀਂ ਸੀ ਵਰਤਣ ਦਿੱਤੇ। ਹਾਂਜੀ, ਹਾਂਜੀ। ਕਿਉਂ? ਮੈਨੂੰ ਲੱਗਿਆ ਸੀ ਕਿ ਮਤਲਬ ਇੱਕ ਤਾਂ ਦਰਖਤਾਂ ਦੇ ਨਾਲ ਹੈ ਨਾ, ਕਾਗਜ਼ ਔਰ ਗੱਤਾ ਥੋੜ੍ਹਾ ਜਿਹਾ ਚਲੋ ਆਪਾਂ ਕਿਤੇ ਨਾ ਕਿਤੇ ਜਿੱਥੇ ਇਸ ਚੀਜ਼ ਨੂੰ ਆਪਾਂ ਅਵੋਇਡ ਕਰ ਸਕਦੇ ਹਾਂ ਕਰੀਏ, ਹੈ ਨਾ। ਉਸ ਟਾਈਮ ਇਹ ਚੀਜ਼ ਲੱਗਦੀ ਹੁੰਦੀ ਸੀ, ਇਹ 2013 ਦੀ ਗੱਲ ਆ। ਤੇ ਉਸ ਟਾਈਮ ਮੈਂ ਪੜ੍ਹਦੀ ਸੀ ਤਾਂ ਉਹ ਮੁਹਿੰਮ ਜੀ ਚੱਲ ਰਹੀ ਸੀ ਕਿ ਮਤਲਬ ਆਪਾਂ ਜਿਹੜੇ ਦਰਖਤ ਨੇ ਉਹਨਾਂ ਨੂੰ ਸੇਵ ਕਰੀਏ, ਹੈ ਨਾ, ਤੇ ਗੱਤਾ ਕਾਗਜ਼ ਇਸ ਚੀਜ਼ਾਂ ਨੂੰ ਹਾਲਾਂਕਿ ਉਹ ਹੁਣ ਵੀ ਚੱਲ ਰਹੀ ਹੈ। ਚੱਲਦੀ ਹੈ, ਹਾਂਜੀ। ਤੇ ਉਦੋਂ ਸਟੂਡੈਂਟ ਚ ਬੀਇੰਗ ਅ ਲਾਈਫ 'ਚ ਸਟੂਡੈਂਟ ਹਾਂ ਤੁਹਾਡੇ ਤੁਸੀਂ 'ਚ ਜ਼ਿਆਦਾ ਜਜ਼ਬਾ ਹੁੰਦਾ ਹੈ ਨਾ, ਤੁਸੀਂ ਜ਼ਿਆਦਾ ਅਸਰ ਕਬੂਲਦੇ ਹੋ। ਕਬੂਲਦੇ ਆ, ਹਾਂਜੀ। ਤੇ ਮੈਂ ਮੇਰੇ ਪਾਪਾ ਨੂੰ ਕਿਹਾ ਕਿ ਆਪਾਂ ਗੱਤਾ ਨਹੀਂ, ਡੱਬਾ ਨਹੀਂ ਦੇਣਾ। ਉਹ ਕਹਿੰਦੇ ਫਿਰ ਮਠਾਈ ਕਿਹਦੇ 'ਚ ਦੇਂਗੀ ਤੂੰ, ਹੈ ਨਾ। ਤੇ ਮੈਂ ਕਿਹਾ ਵੀ ਮੈਨੂੰ ਇਹ ਲੱਗਦਾ ਵੀ ਮੈਂ ਕੁਛ ਚੀਜ਼ ਨਵੀਂ ਕ੍ਰੀਏਟ ਕਰ ਸਕਦੀ ਹਾਂ, ਵੀ ਜੇ ਆਪਾਂ ਟਰਾਈ ਕਰਾਂਗੇ ਹੋ ਸਕਦਾ, ਕਿਉਂਕਿ ਤੁਹਾਨੂੰ ਵੀ ਨਹੀਂ ਪਤਾ ਹੁੰਦਾ ਕਿ ਤੁਹਾਡੇ ਅੰਦਰੋਂ ਕੀ ਨਿਕਲ ਕੇ ਆਉਣਾ ਕਿਸੇ ਚੀਜ਼ ਦੇ ਲਈ ਜਦੋਂ ਤੁਸੀਂ ਕੁਝ ਬਣਾਉਣ ਲੱਗਦੇ ਹੋ। ਤੇ ਘਰੇ ਕੱਪੜੇ ਪਏ ਸੀਗੇ ਬਹੁਤ ਸੋਹਣੇ, ਤੇ ਮੈਂ ਉਹਨਾਂ ਨੂੰ ਮਤਲਬ ਮੈਂ ਕਿਹਾ ਵੀ ਮੈਂ ਪੋਟਲੀਆਂ ਸਿਉਂਗੀ, ਇਹਨਾਂ ਦੀਆਂ ਸਟਿਚ ਕਰੂੰਗੀ, ਤੇ ਵੀ ਆਪਾਂ ਉਹਦੇ 'ਚ ਮਿਠਾਈ ਵੰਡਾਂਗੇ। ਤੇ ਫਿਰ ਮੈਂ ਉਹ ਮੈਨੂੰ ਲੱਗਦਾ 400 ਦੇ ਕਰੀਬ ਪੋਟਲੀ ਜਿਹੜੀ ਸੀ ਸਿਉਂਤੀ ਸੀ, ਤੇ ਉਹਨਾਂ ਨੂੰ ਡੈਕੋਰੇਟ ਕੀਤਾ ਸੀ ਗੋਟਿਆਂ ਦੇ ਨਾਲ, ਸ਼ੀਸ਼ਿਆਂ ਦੇ ਨਾਲ, ਤੇ ਉਹਨਾਂ 'ਚ ਮਿਠਾਈ ਪਾ ਕੇ ਅਸੀਂ ਸਾਰਿਆਂ ਨੂੰ ਦਿੱਤੀ। ਤੇ ਇਸ ਚੀਜ਼ ਦਾ ਬੜਾ ਵਧੀਆ ਹੁੰਗਾਰਾ ਮਿਲਿਆ ਲੋਕਾਂ ਵੱਲੋਂ ਕਿ ਤੁਸੀਂ ਬੜਾ ਸੋਹਣਾ ਕੰਮ ਕੀਤਾ ਇਹ। ਤੇ ਮੈਨੂੰ ਮਤਲਬ ਕੋਈ ਕਹੇ ਨਾ ਕਹੇ, ਤੁਹਾਡੀ ਅੰਦਰੂਨੀ ਖੁਸ਼ੀ ਜਿਹੜੀ ਹੁੰਦੀ ਹੈ ਨਾ, ਉਹ ਤੁਹਾਨੂੰ ਕਿਤੇ ਨਾ ਕਿਤੇ ਜ਼ਿਆਦਾ ਮਹੱਤਵ ਰੱਖਦੀ। ਹਾਂਜੀ, ਮਹੱਤਵ ਵੀ ਰੱਖਦੀ ਹੈ, ਤੁਹਾਨੂੰ ਥੱਕਣ ਵੀ ਨਹੀਂ ਦਿੰਦੀ, ਤੇ ਤੁਹਾਨੂੰ ਜਿਉਣ ਦੇ ਬੜੇ ਸੋਹਣੇ ਤਰੀਕੇ ਸਿਖਾਉਂਦੀ ਹੈ ਕਿ ਤੁਸੀਂ ਕੁਛ ਨਾ ਕੁਛ ਕਰਦੇ ਰਹੋ। ਤਾਂ ਮੈਂ ਉਹ ਉਸੇ ਕਰਕੇ ਕੀਤਾ। ਤੁਹਾਡੀਆਂ ਨਾ ਗੱਲਾਂ ਸੁਣ ਕੇ ਬਹੁਤਿਆਂ ਨੂੰ ਲੱਗਣਾ ਵੀ ਤੁਹਾਡੇ ਕੋਲ ਬਹੁਤ ਸਮਾਂ ਹੁੰਦਾ, ਸ਼ਾਇਦ ਤੁਹਾਡੇ ਕੋਲ 24 ਘੰਟਿਆਂ ਤੋਂ ਜ਼ਿਆਦਾ ਹੋਣਗੇ, ਜਾਂ ਕਿ ਤੁਹਾਡੇ ਕੋਲ ਨਾ ਸਮਾਂ ਇੰਨਾ ਹੈ ਤੁਸੀਂ ਤਾਂ ਇਹ ਕੁਝ ਕਰ ਪਾਏ। ਪਰ ਤੁਸੀਂ ਕੰਮਕਾਜੀ ਵੀ ਹੋ। ਹਾਂਜੀ। ਨੌਕਰੀਆਂ ਪਹਿਲਾਂ ਦੱਸੋ ਤੁਸੀਂ ਕਿੱਥੇ ਕਿੱਥੇ ਕੀਤੀ? ਮੇਰੀ ਜਿਹੜੀ 2015 'ਚ ਮੈਂ ਪਾਸ ਆਊਟ ਹੋਈ, ਤੇ 2015 ਅਗਸਤ ਦੇ ਵਿੱਚ ਮੈਨੂੰ ਪੀਅਰਸਨ ਦਾ ਇੱਕ ਵਰਟੀਕਲ ਸੀ ਇੰਡੀਆ ਕੈਨ, ਉਹ CSR ਪ੍ਰੋਜੈਕਟ ਚਲਾਉਂਦੇ ਸੀ। CSR ਮੈਂ ਦੱਸਣਾ ਚਾਹੂੰਗੀ ਕਿ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਪ੍ਰੋਜੈਕਟਸ ਹੁੰਦੇ ਨੇ ਜੋ ਕਿ ਆਮ ਲੋਕਾਂ ਦੇ ਲਈ ਸੋਸ਼ਲ ਵੈਲਫੇਅਰ ਲਈ ਚੱਲਦੇ ਆ, ਔਰ ਇਹਨਾਂ 'ਚ ਤੁਸੀਂ ਕਿਸੇ ਤੋਂ ਫੀਸ ਨਹੀਂ ਲੈਂਦੇ, ਕੋਈ ਪੈਸਾ ਨਹੀਂ ਲੈਂਦੇ, ਇਹ ਕੰਪਨੀਆਂ ਫ੍ਰੀ ਆਫ ਕਾਸਟ ਚਲਾਉਂਦੀਆਂ ਨੇ। ਤੇ ਉਸ ਟਾਈਮ ਮੈਨੂੰ ਜੌਬ ਮਿਲੀ ਉਹਦੇ 'ਚ, ਤੇ ਬਤੌਰ ਮਿਲੀ ਮੈਨੂੰ ਟੀਚਿੰਗ ਲਾਈਨ ਦੇ ਵਿੱਚ ਹੀ, ਪਰ ਮੈਨੂੰ ਲੱਗਿਆ ਕਿ ਮੈਨੂੰ ਟਰਾਈ ਕਰਨਾ ਚਾਹੀਦਾ ਪਹਿਲੀ ਵਾਰ, ਹੈ ਨਾ। ਤੇ ਜਦੋਂ ਮੈਂ ਉੱਥੇ ਗਈ ਤੇ ਮੈਨੂੰ ਲੱਗਿਆ ਕਿ ਬੱਚਿਆਂ ਨੂੰ ਤੁਸੀਂ ਫ੍ਰੀ ਪੜ੍ਹਾਉਣਾ ਹੈ, ਇੱਥੇ ਫ੍ਰੀ ਕਾਊਂਸਲ ਕਰਨਾ, ਬੇਸਿਕਲੀ ਪੜ੍ਹਾਉਣ ਦੀ ਗੱਲ ਵੀ ਨਹੀਂ ਸੀ, ਕਾਊਂਸਲ ਕਰਨਾ ਸੀ, ਬੱਚਿਆਂ ਨੂੰ ਤਿਆਰ ਕਰਨਾ ਸੀ ਨਵੇਂ ਕੋਈ ਕਿੱਤਾ ਸਿਖਲਾਈ ਲਈ, ਠੀਕ ਹੈ, ਤੇ ਉਹਨਾਂ ਨੂੰ ਅੱਗੇ ਨੌਕਰੀ ਦਿਵਾਉਣ ਵਾਸਤੇ। ਤਾਂ ਉਹਨਾਂ ਨੇ ਜਦੋਂ ਲੱਗਿਆ ਕਿ ਇਹ ਚੰਗੀ ਮੋਟੀਵੇਸ਼ਨਲ ਸਪੀਕਰ ਆ, ਉਹਨਾਂ ਨੇ ਮੈਨੂੰ ਕਾਊਂਸਲਰ ਹੀ ਉੱਥੇ ਰੱਖ ਲਿਆ ਕਿ ਤੁਸੀਂ ਬੱਚਿਆਂ ਨੂੰ ਸਿਰਫ ਮੋਟੀਵੇਟ ਕਰਨਾ ਹੈ, ਬੱਚੇ ਕਿਤੇ ਜਾਣੇ ਨਹੀਂ ਚਾਹੀਦੇ, ਇਹਨਾਂ ਨੂੰ ਮਤਲਬ ਇਸ ਤਰ੍ਹਾਂ ਬੰਨੋ, ਹੈ ਨਾ, ਕਿ ਬੱਚੇ ਜਿਹੜੇ ਹੈ ਕੋਈ ਨਾ ਕੋਈ ਕਿਸੇ ਨਾ ਕਿਸੇ ਨੌਕਰੀ 'ਤੇ ਲੱਗਣ। ਇਹ ਸਾਰਾ ਕੁਛ ਜਿਹੜਾ ਸੀ ਪੀਅਰਸਨ ਬਿਲਕੁਲ ਫ੍ਰੀ ਕਰਵਾਉਂਦੀ ਸੀ। ਅਸੀਂ ਜਿਹੜੇ ਬੱਚੇ ਪਿੰਡਾਂ 'ਚੋਂ ਲੈ ਕੇ ਆਉਂਦੇ, ਉਹਨਾਂ ਨੂੰ ਪਹਿਲਾਂ ਜਾਂਦੇ, ਉਹਨਾਂ ਨੂੰ ਕਾਊਂਸਲ ਕਰਦੇ, ਲੈ ਕੇ ਆਉਂਦੇ, ਫਿਰ ਉਹਨਾਂ ਨੂੰ ਪੜ੍ਹਾਉਂਦੇ ਉੱਥੇ, ਫਿਰ ਉਹਨਾਂ ਨੂੰ ਅੱਗੇ ਪਲੇਸ ਕਰਵਾਉਂਦੇ। ਹਾਂਜੀ, ਅਸੀਂ ਮੋਹਾਲੀ, ਦਿੱਲੀ, ਗੁੜਗਾਉਂ ਬੜੇ ਬੱਚੇ ਅਸੀਂ ਲੈ ਕੇ ਗਏ, ਤੇ ਬੜੇ ਬੱਚੇ ਉੱਥੇ ਲੱਗੇ ਵੀ। ਜਿਹੜੇ ਉਹ ਬੱਚੇ ਜਿਨ੍ਹਾਂ ਦੇ ਘਰੇ ਜਿਹੜੇ ਇਹ ਲਾ ਲਓ ਕਿ 8ਵੀਂ ਤੋਂ ਬਾਅਦ ਬੱਚੇ ਪੜ੍ਹੇ ਹੀ ਨਹੀਂ, 10ਵੀਂ ਤੋਂ ਬਾਅਦ ਬੱਚੇ ਪੜ੍ਹੇ ਹੀ ਨਹੀਂ, ਗਰੀਬੀ ਸੀ ਜਾਂ ਕਿਸੇ ਕਾਰਨ ਕਰਕੇ ਨਹੀਂ ਜਾ ਸਕੇ, ਉਹ ਬੱਚੇ ਰੋਜ਼ੀ ਰੋਟੀ ਕਮਾਉਂਦੇ ਆ। ਤੇ ਅੱਜ ਕੱਲ੍ਹ ਉਹ ਮਤਲਬ ਬੱਚੇ ਆਪਦੀ ਫੈਮਿਲੀ ਦਾ ਸਹਾਰਾ ਬਣੇ ਨੇ। ਔਰ ਮੈਨੂੰ ਲੱਗਦਾ ਕਿ ਇਸ ਤੋਂ ਚੰਗੀ ਜ਼ਿੰਦਗੀ 'ਚ ਕੋਈ ਜੌਬ ਨਹੀਂ ਹੋਣੀ ਕਿ ਤੁਸੀਂ ਕਿਸੇ ਬੱਚੇ ਨੂੰ ਇਸ ਤਰ੍ਹਾਂ ਕਾਊਂਸਲ ਕਰਕੇ ਰੁਜ਼ਗਾਰ ਦਿਵਾ ਰਹੇ ਹੋ, ਹੈ ਨਾ। ਪਹਿਲੀ ਮੇਰੀ ਨੌਕਰੀ ਇਹ ਸੀ, ਮੈਨੂੰ ਇਸ ਨੌਕਰੀ ਨਾਲ ਬਹੁਤ ਪਿਆਰ ਹੋਇਆ, ਮੈਨੂੰ ਲੱਗਿਆ ਕਿ ਮੈਂ ਹੁਣ ਇਹ ਛੱਡ ਨਹੀਂ ਸਕਦੀ। ਫਿਰ ਮੇਰੀ ਪ੍ਰਮੋਸ਼ਨ ਹੋ ਗਈ ਕਿ ਮੈਂ ਉੱਥੋਂ ਦੀ ਜਿਹੜੀ ਅੱਗੇ ਪ੍ਰੋਜੈਕਟ ਮੈਨੇਜਮੈਂਟ 'ਚ ਚਲੀ ਗਈ, ਤੇ ਫਿਰ ਮੈਂ ਮਤਲਬ ਜਿਹੜੇ ਸੈਂਟਰ ਸੀ ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ। ਮਤਲਬ ਮੇਰਾ ਪੂਰਾ ਮੈਂ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਸੈਂਟਰ ਹੁੰਦਾ ਸੀ, ਮੈਨੂੰ ਜਾਂ 2 ਜਾਂ 3 ਸੈਂਟਰ ਦੇ ਦਿੰਦੇ ਸੀ ਉਹ ਕਿ ਤੁਸੀਂ ਇਹਨਾਂ ਨੂੰ ਚੈੱਕ ਕਰਨਾ ਕਿਵੇਂ ਕੰਮ ਚੱਲ ਰਿਹਾ ਸਾਰਾ, ਹੈ ਨਾ। ਤੇ ਉਹ ਸ਼ੁਰੂਆਤ ਕੀਤੀ ਉੱਥੋਂ। ਫਿਰ ਹੌਲੀ ਹੌਲੀ ਉਹ ਕੰਪਨੀ ਚੇਂਜ ਹੋਈ ਕਿਉਂਕਿ ਪ੍ਰੋਜੈਕਟ ਵਾਈਂਡ ਅਪ ਹੁੰਦੇ ਰਹਿੰਦੇ ਨੇ ਇਹ। ਫਿਰ ਹੋਰ ਕੰਪਨੀ ਆ ਗਈ, ਐਡੂਬ੍ਰਿਜ ਕੰਪਨੀ ਆ ਗਈ, ਉਹਨਾਂ ਦੇ ਨਾਲ ਮੈਂ ਜ਼ੀਰਕਪੁਰ ਕੰਮ ਕੀਤਾ। ਜ਼ੀਰਕਪੁਰ ਦੇ ਆਲੇ ਦੁਆਲੇ ਵਾਲਾ ਏਰੀਆ ਸਾਰਾ ਅਸੀਂ ਪੈਦਲ ਗਾਇਆ,
ਤੇ ਉੱਥੋਂ ਹੀ ਅਸੀਂ ਬੱਚਿਆਂ ਦੀ ਨੂੰ ਅਸੀਂ ਕਾਉਂਸਲ ਕਰਕੇ ਲੈ ਕੇ ਆਉਂਦੇ ਸੀ ਤੇ ਬੜੇ ਬੱਚੇ ਉੱਥੇ ਅਸੀਂ ਲਵਾਏ। ਤੇ ਫਿਰ ਮੈਂ ਟੈਕ ਮਹਿੰਦਰਾ ਚਲੀ ਗਈ। ਟੈਕ ਮਹਿੰਦਰਾ ਦਾ ਵੀ ਇੱਕ ਵਰਟੀਕਲ CSR ਪ੍ਰੋਜੈਕਟਸ ਦਾ ਚੱਲਦਾ। ਹਾਂਜੀ, ਤੇ ਉੱਥੇ ਜਦੋਂ ਮੇਰੀ ਮਤਲਬ ਮੈਂ ਜੌਬ ਸਟਾਰਟ ਕੀਤੀ, ਜਿਹੜਾ ਟਰਨਿੰਗ ਪੁਆਇੰਟ ਆਇਆ ਉਹ ਇਹ ਆਇਆ ਕਿ ਮੇਰੇ ਉਸ ਟਾਈਮ ਮਦਰ ਇਨ ਲਾਅ ਐਕਸਪਾਇਰ ਹੋ ਗਏ। ਤੇ ਘਰ ਦੇ ਵਿੱਚ ਇੱਧਰ ਕੋਈ ਹੈ ਨਹੀਂ ਸੀ ਫੀਮੇਲ, ਤੇ ਮੇਰੇ ਹਸਬੈਂਡ ਤੇ ਮੇਰੇ ਫਾਦਰ ਇਨ ਲਾਅ ਰਹਿ ਗਏ। ਮੈਨੂੰ ਉਸ ਟਾਈਮ ਜੌਬ ਮੇਰੀ ਸੀ ਜਿਹੜੀ ਮੈਨੂੰ ਛੱਡ ਕੇ ਆਉਣੀ ਪਈ ਇੱਥੇ। ਪਰ ਫਿਰ ਵੀ ਮੈਨੂੰ ਇਹ ਨਹੀਂ ਲੱਗਿਆ, ਕਿਉਂਕਿ ਉਸ ਟਾਈਮ ਮੇਰੀ ਫੈਮਿਲੀ ਨੂੰ ਮੇਰੀ ਲੋੜ ਸੀ। ਤੇ ਨੌਕਰੀ ਜਿਹੜੀ ਆ ਉਹ ਸਾਰੀ ਜ਼ਿੰਦਗੀ ਕਰਨੀ ਹੈ। 2 ਜਾਂ 3 ਮੰਥ ਮੈਨੂੰ ਲੱਗਦਾ ਕਿ ਮੈਂ ਉਸ ਟਾਈਮ ਫ੍ਰੀ ਕੱਟੇ ਹੋਣੇ ਆ, ਕਿਉਂਕਿ ਸਿਚੁਏਸ਼ਨ ਇਹੀ ਜੀ ਸੀ। ਫਿਰ ਮੇਰੇ ਹਸਬੈਂਡ ਨੂੰ ਲੱਗਿਆ ਕਿ ਤੂੰ ਵਿਹਲੇ ਵਾਲਾ ਕੰਮ ਨਹੀਂ, ਤੇਰਾ ਔਖਾ ਹੈ ਇਸ ਚੀਜ਼ ਲਈ, ਤੂੰ ਕੁਛ ਨਾ ਕੁਛ ਕਰਦੀ ਰਹਿ, ਹੈ ਨਾ। ਤੇ ਫਿਰ ਔਨਲਾਈਨ ਉਹਨਾਂ ਨੇ ਮੇਰੀ ਬੜੀ ਹੈਲਪ ਕੀਤੀ ਕਿ ਤੂੰ ਔਨਲਾਈਨ ਕੋਈ ਜੌਬ ਟਰਾਈ ਕਰ ਜਾਂ ਦੇਖ, ਹੈ ਨਾ। ਫਿਰ ਸਾਨੂੰ ਔਨਲਾਈਨ ਬੜੇ ਪ੍ਰੋਜੈਕਟਸ ਮਿਲਣੇ ਸ਼ੁਰੂ ਹੋਏ। ਉਹਨਾਂ ਨੇ ਮੈਨੂੰ ਇੱਕ ਸਾਡੀ ਕੰਪਨੀ ਦਾ ਹੀ ਪ੍ਰੋਜੈਕਟ ਚੱਲਿਆ, ਉਹਨਾਂ ਨੇ ਮੇਰਾ ਨਾਮ ਰਿਕਮੈਂਡ ਕਰਤਾ ਕਿ ਇਹ ਮੇਰੀ ਵਾਈਫ ਕਰੂਗੀ। ਔਨਲਾਈਨ ਕੋਡਿੰਗ ਦਾ, ਆਟੋਮੇਸ਼ਨ ਟੈਸਟਿੰਗ ਦਾ, ਟਰਾਂਸਲੇਸ਼ਨ ਦਾ ਬੜਾ ਕੁਛ ਚੱਲਦਾ। ਮੈਨੂੰ ਲੱਗਦਾ ਕਿ ਔਨਲਾਈਨ ਨੌਕਰੀਆਂ ਲਈ ਭਰਿਆ ਪਿਆ ਜੇ ਕੋਈ ਬੱਚਾ ਕਰਨਾ ਚਾਹੇ। ਤੇ ਫਿਰ ਮੈਂ ਉੱਥੇ ਔਨਲਾਈਨ ਆਪਣਾ ਜਿਹੜਾ ਸਾਈਡ ਫ੍ਰੀਲਾਂਸਿੰਗ ਦਾ ਕੰਮ ਸਟਾਰਟ ਕੀਤਾ। ਤੇ ਫਿਰ ਉਸ ਤੋਂ ਬਾਅਦ ਬੇਟੀ ਹੋਈ। ਬੇਟੀ ਤੋਂ ਬਾਅਦ ਮੈਂ ਫਿਰ ਜੌਬ ਜੁਆਇਨ ਕੀਤੀ ਤੇ ਹੁਣ ਮੈਂ ਵਰਕ ਫਰੋਮ ਹੋਮ ਕਰ ਰਹੀ ਹਾਂ, ਆਪਣਾ ਜਿਹੜਾ ਕੰਮ ਕਰ ਰਹੀ ਹਾਂ। ਹੁਣ ਮੇਰੀ ਜਿਹੜੀ ਨਵੀਂ ਕੰਪਨੀ ਆ ਉਹ ਓਰੇਨ ਸਿਕਿਉਰ ਹੈ, ਜਿਹਦੇ 'ਚ ਸੇਮ ਇਹੀ ਕੰਮ ਹੈ, CSR ਦਾ ਹੀ ਕੰਮ ਹੈ, ਜਿਹਦੇ 'ਚ ਅਸੀਂ ਫਿਰ ਬੱਚਿਆਂ ਨੂੰ ਜਿਹੜਾ ਫ੍ਰੀ ਆਫ ਕਾਸਟ ਜਿਹੜਾ ਕਾਉਂਸਲ ਕਰਦੇ ਹਾਂ ਤੇ ਬੱਚਿਆਂ ਨੂੰ ਜੌਬ ਦਿਵਾਉਂਦੇ ਹਾਂ। ਤੇ ਬੇਸਿਕਲੀ ਮੈਨੂੰ ਲੱਗਦਾ, ਮੈਂ ਜ਼ਿਆਦਾ ਨਹੀਂ ਕਹਿੰਦੀ, ਮੈਂ 40 ਤੋਂ 50 ਬੱਚੇ ਆ ਜਿਨ੍ਹਾਂ ਨੂੰ ਮੈਂ ਇਸ ਟਾਈਮ ਨੌਕਰੀਆਂ ਜਿਹੜੇ ਇਸ ਟਾਈਮ ਕਰ ਰਹੇ ਨੇ ਔਰ ਚੰਗੀ ਤਨਖਾਹਾਂ 'ਤੇ ਨੇ ਔਰ ਚੰਗਾ ਪੈਸਾ ਕਮਾ ਰਹੇ ਆ। ਅੱਛਾ ਰਿਚਾ, ਪੰਜਾਬ ਦੀ ਨੌਜਵਾਨੀ ਨਾ ਇਸ ਵੇਲੇ ਵਧੇਰੇ ਕਰਕੇ ਵਿਦੇਸ਼ਾਂ ਦੇ ਰਾਹ ਪਈ ਹੋਈ ਹੈ। ਪੰਜਾਬ ਸਾਡਾ ਖਾਲੀ ਹੋਣ ਦੇ ਕਿਨਾਰੇ ਹੈ ਨਾ, ਕਿਉਂਕਿ ਸਾਡੇ ਬੱਚੇ ਹੀ ਨਹੀਂ, ਸਾਡੇ ਜਿਹੜੇ 40-50 ਦੀ ਉਮਰ ਦੇ ਵਿੱਚ ਵੀ ਜਿਹੜੇ ਲੋਕ ਪਹੁੰਚ ਚੁੱਕੇ ਨੇ, ਉਹਨਾਂ ਨੂੰ ਵੀ ਲੱਗਦਾ ਵੀ ਇੱਥੇ ਕੰਮ ਨਹੀਂ ਹੈ ਜੀ, ਪੈਸਾ ਨਹੀਂ ਹੈ ਜੀ, ਤਰੱਕੀ ਨਹੀਂ ਹੈ। ਮੈਨੂੰ ਇਹ ਮੇਰਾ ਨਿੱਜੀ ਅਨੁਭਵ ਹੋ ਸਕਦਾ, ਪਰ ਮੈਨੂੰ ਲੱਗਦਾ ਕਿ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਨਾ, ਤਾਂ ਤੁਸੀਂ ਇੱਥੇ ਰਹਿ ਕੇ ਵੀ ਬਹੁਤ ਕੁਝ ਕਰ ਸਕਦੇ ਹੋ। ਤਰੱਕੀ ਦੀਆਂ ਸੰਭਾਵਨਾਵਾਂ ਇੱਥੇ ਵੀ ਓਨੀਆਂ ਹੀ ਨੇ, ਪਰ ਇੱਥੇ ਤੁਸੀਂ ਆਪਣੇ ਲੋਕਾਂ ਦੇ ਵਿੱਚ ਰਹਿੰਦੇ ਹੋ, ਹੈ ਨਾ। ਜਦੋਂ ਬੱਚਾ ਬਾਹਰ ਚਲੇ ਜਾਂਦਾ ਜਾਂ ਕੋਈ ਵੀ ਜਿਹੜਾ ਹੈ ਉਹ ਇੱਕ ਵਾਰ ਇਸ ਜ਼ਮੀਨ ਨੂੰ ਛੱਡ ਗਿਆ ਤਾਂ ਉਹਦਾ ਇੱਥੋਂ ਸਭ ਕੁਝ ਖਤਮ ਹੈ। ਲੋਕੀ ਮੁੜ ਕੇ ਆਉਣ ਲਈ ਤਾਂ ਜਾਂਦੇ ਹੀ ਨਹੀਂ ਜੀ ਜੀ ਜੀ, ਨਾ ਹੀ ਉਹ ਪੜ੍ਹਨ ਜਾਂਦੇ ਆ ਸਾਰੇ, ਹੈ ਨਾ। ਉਹਨਾਂ ਦੇ ਵਿੱਚੋਂ ਇੱਕ ਵੱਡਾ ਕਾਰਨ ਤਾਂ ਇਹੀ ਹੁੰਦਾ ਨਾ ਵੀ ਬਾਹਰ ਜਾ ਕੇ ਉੱਥੇ ਸੈੱਟ ਹੋ ਜਾਣਗੇ। ਤੇ ਅਕਸਰ 12ਵੀਂ ਬੱਚਾ ਕਰਦਾ ਜਾਂ 10ਵੀਂ ਦੇ ਵਿੱਚ ਹੀ ਹੁੰਦਾ ਕਿ ਇਹਨੇ ਬਾਹਰ ਜਾਣਾ, ਇਹਨੇ ਬਾਹਰ ਜਾਣਾ, ਹੈ ਨਾ, ਕਿਉਂਕਿ ਇੱਥੇ ਕੰਮ ਨਹੀਂ। ਤੁਹਾਨੂੰ ਲੱਗਦਾ ਕਿ ਇੱਥੇ ਕੰਮ ਨਹੀਂ ਹੈਗਾ? ਮੈਨੂੰ ਲੱਗਦਾ ਨਾ ਕਿ ਜਿਹੜਾ ਇੰਡੀਆ ਜੌਬਸ ਦੀ ਸਭ ਤੋਂ ਵੱਡੀ ਮੰਡੀ ਹੈ, ਪਰ ਸਾਨੂੰ ਪਤਾ ਹੀ ਨਹੀਂ। ਜੇ ਅਸੀਂ ਕਮਾਉਣ 'ਤੇ ਆਈਏ ਨਾ, ਇੱਥੇ ਬੈਠੇ ਘਰੇ ਡਾਲਰ ਕਮਾ ਸਕਦੇ ਹਾਂ, ਪੌਂਡਸ ਦੇ ਵਿੱਚ ਅਰਨਿੰਗ ਲੈ ਸਕਦੇ ਹਾਂ, ਠੀਕ ਹੈ। ਜੋ ਚੀਜ਼ ਅਸੀਂ ਉੱਥੇ ਜਾ ਕੇ ਕਰਨੀ ਆ ਉਹ ਤੋਂ ਸੌਖੇ ਹੋ ਕੇ ਅਸੀਂ ਇੱਥੇ ਪੈਸੇ ਲੈ ਸਕਦੇ ਹਾਂ। ਔਰ ਇਸ 'ਚ ਕੋਈ ਦੋ ਰਾਏ ਨਹੀਂ ਕਿ ਮੈਂ ਡਾਲਰਸ 'ਚ ਖੁਦ ਪੈਸੇ ਕਮਾਏ ਆ ਅਤੇ ਮੈਂ ਕਮਾ ਵੀ ਰਹੀ ਹਾਂ, ਠੀਕ ਹੈ। ਕਾਰਨ ਕੀ ਹੈ ਕਿ ਸਾਨੂੰ ਅਵੇਅਰਨੈਸ ਨਹੀਂ, ਅਸੀਂ ਬੱਚਿਆਂ ਨੂੰ ਸਿਰਫ ਇੱਕੋ ਇੱਕ ਚੀਜ਼ ਦਿਖਾਤੀ, ਆਇਲਸ ਦਿਖਾਤਾ। ਅਸੀਂ ਬੱਚਿਆਂ ਨੂੰ ਕੁਛ ਮਿਹਨਤ ਕਰਾਉਣ ਲਈ ਰਾਜ਼ੀ ਨਹੀਂ। ਉੱਥੇ ਜਾ ਕੇ ਦਿਹਾੜੀਆਂ ਕਰਾਉਣ ਲਈ ਤਾਂ ਰਾਜ਼ੀ ਹਾਂ, ਪਰ ਇੱਥੇ ਅਸੀਂ 2 ਸਾਲ ਜੇ ਬੱਚਿਆਂ ਨੂੰ ਲਵਾ ਦਈਏ, ਕੋਈ ਚੰਗੀ ਕੋਈ ਸਕਿੱਲ ਸਿਖਾ ਦਈਏ, ਕੋਈ ਚੰਗਾ ਕੋਈ ਲੈਪਟਾਪ 'ਤੇ ਕੰਪਿਊਟਰ 'ਤੇ ਕੋਈ ਕੰਮ ਸਿਖਾ ਦਈਏ ਔਨਲਾਈਨ, ਉਹ ਸਾਡਾ ਅੰਦਰੂਨੀ ਮਨ ਨਹੀਂ ਮੰਨਦਾ। ਸਾਨੂੰ ਲੱਗਦਾ ਕਿ ਬਾਹਰ ਹੀ ਜਾ ਕੇ ਬੱਚੇ ਦੀ ਸੈਟਲਮੈਂਟ ਹੋਊਗੀ, ਕਿਉਂਕਿ ਔਨਲਾਈਨ ਅਸੀਂ ਇੱਕ ਤਾਂ ਬੱਚੇ ਮੱਥਾ ਨਹੀਂ ਮਾਰਦੇ, ਬੱਚੇ ਸਿੱਖਦੇ ਨਹੀਂ। ਬੱਚਿਆਂ ਨੂੰ ਲੱਗਦਾ ਕਿ ਜਾਂ ਜੇ ਸਿੱਖਦੇ ਆ ਤਾਂ ਉਹ ਸੋਸ਼ਲ ਮੀਡੀਆ 'ਤੇ ਕੰਟੈਂਟ ਜੋ ਪਏ ਆ, ਕੋਈ ਚਲੋ ਕਿਸੇ ਨੇ ਕਾਮੇਡੀ ਦੀ ਰੀਲ ਬਣਾ ਲਈ, ਕਿਸੇ ਨੇ ਕੁਛ ਬਣਾ ਲਿਆ, ਉਹ ਬੱਚਿਆਂ ਨੂੰ ਸਭ ਪਤਾ। ਪਰ ਟੈਕਨੀਕਲੀ ਜੋ ਅਸੀਂ ਕਰਨਾ ਹੈ, ਜੋ ਸਾਨੂੰ ਆਉਣਾ ਚਾਹੀਦਾ, ਉਹ ਕੋਈ ਬੱਚਾ ਨਹੀਂ ਸਿੱਖਦਾ। ਔਰ ਮੈਨੂੰ ਇਹ ਲੱਗਦਾ ਕਿ ਇੰਨਾ ਜ਼ਿਆਦਾ ਕੰਮ ਔਨਲਾਈਨ ਪਿਆ, ਜੇ ਅੱਧਾ ਇੰਡੀਆ ਵੀ ਕਰਨਾ ਚਾਹੇ ਨਾ ਤਾਂ ਅੱਧਾ ਇੰਡੀਆ ਕਰ ਸਕਦਾ। ਪੰਜਾਬ ਤਾਂ ਬਹੁਤ ਛੋਟੀ ਜਿਹੀ ਚੀਜ਼ ਹੈ, ਕਿਉਂਕਿ ਬੱਚੇ ਜ਼ਿਆਦਾ ਪੰਜਾਬ ਦੇ ਹੀ ਬਾਹਰ ਜਾ ਰਹੇ ਨੇ ਔਰ ਡਾਲਰ ਜਿਹੜੇ ਨੇ ਅਸੀਂ ਜਾ ਰਹੇ ਹਾਂ ਸਿਰਫ ਇੱਕ ਕਮਾਉਣ ਵਾਸਤੇ ਪੈਸਾ। ਉਹਨੂੰ ਜੇ ਤੁਸੀਂ ਇੱਥੇ ਹੀ ਬੈਠ ਕੇ ਕਮਾ ਲਓ ਤਾਂ ਤੁਹਾਡੇ ਕੋਲ ਘਰ ਵੀ ਪਿਆ, ਤੁਹਾਡੇ ਕੋਲ ਗੱਡੀ ਵੀ ਪਈ ਹੈ, ਤੁਹਾਡੇ ਕੋਲ ਐਸ਼ ਆਰਾਮ ਵੀ ਪਿਆ। ਤੁਹਾਨੂੰ ਉੱਥੇ ਜਾ ਕੇ ਮਿਹਨਤਾਂ ਇੰਨੀਆਂ ਜ਼ਿਆਦਾ ਔਖ ਮਹਿਸੂਸ ਕਰਨ ਦੀ ਲੋੜ ਨਹੀਂ।
ਕਿਉਂਕਿ ਜਦੋਂ ਕੋਈ ਬੱਚਾ ਬਾਹਰ ਜਾਂਦਾ ਹੈ ਨਾ, ਅਸੀਂ ਉਹਨਾਂ ਦੇ ਸਿਰਫ ਜਿਹੜਾ 4-5 ਸਾਲਾਂ 'ਚ ਕੋਈ ਇੱਕ ਅੱਧੀ ਵਾਰ ਆਇਆ ਮਹੀਨੇ 2 ਮਹੀਨੇ ਲਈ, ਅਸੀਂ ਸਿਰਫ ਉਹਨਾਂ ਦੀ ਉਹ ਜ਼ਿੰਦਗੀ ਦੇਖਦੇ ਹਾਂ ਬਿਲਕੁਲ ਵੀ ਹੈ ਨਾ, ਉੱਥੇ ਜਿਹੜੀ ਉਹ ਮਿਹਨਤ ਕਰ ਰਹੇ ਨੇ। ਜੀ ਕਿਉਂਕਿ ਇਹ ਥੋੜੇ ਦਿਨ ਪਹਿਲਾਂ ਨਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਸੀ ਕਿ ਜਦੋਂ ਕੋਈ ਬਾਹਰ ਜਾਂਦਾ ਹੈ ਨਾ, ਤਾਂ ਉਹ ਪੈਸੇ ਇਕੱਲੇ ਉਹਨਾਂ ਦੀ ਮਿਹਨਤ ਦੇ ਨਹੀਂ ਹੁੰਦੇ, ਜਿਹੜਾ ਉਹ ਕੰਮ ਉੱਥੇ ਜਾ ਕੇ ਕਰਦੇ ਆ, ਉਸ ਦੁੱਖ ਸੁੱਖ ਦੇ ਵੀ ਹੁੰਦੇ ਆ, ਜਿਹੜਾ ਉਹ ਆਪਣਿਆਂ ਦੀ ਖੁਸ਼ੀ 'ਚ ਸ਼ਾਮਿਲ ਨਹੀਂ ਹੁੰਦੇ, ਆਪਣਿਆਂ ਦੇ ਦੁੱਖ ਦੇ ਵਿੱਚ ਵੀ ਉਹ ਇਕੱਲੇ ਹੀ ਹੁੰਦੇ ਨੇ। ਬਿਲਕੁਲ ਭੈਣ, ਮੈਂ ਤੁਹਾਨੂੰ ਦੱਸਦੀ ਹਾਂ, ਮੈਂ ਜਦੋਂ ਕੰਮ ਕਰਦੀ ਹਾਂ ਇਹ ਕਈ ਵਾਰ ਮੈਨੂੰ ਰਾਤ ਨੂੰ 2 ਵੱਜ ਜਾਂਦੇ ਆ, ਠੀਕ ਹੈ। ਕਈ ਵਾਰ ਜੇ ਕੋਈ ਬਾਹਰਲਾ ਕੋਈ ਪ੍ਰੋਜੈਕਟ ਮੈਂ ਸਟਾਰਟ ਕਰਦੀ ਹਾਂ ਤਾਂ ਆਪਣੇ ਟਾਈਮ ਜ਼ੋਨ ਦਾ ਫਰਕ ਹੈ, ਤਾਂ ਮੈਨੂੰ ਉਧਰਲੇ ਅਕੋਰਡਿੰਗ ਕਰਨਾ ਪੈਂਦਾ। ਪਰ ਫਿਰ ਜਦੋਂ ਮੈਂ ਇੱਥੇ ਮਿਹਨਤ ਕਰਕੇ ਇੱਥੇ ਉਹ ਚੀਜ਼ਾਂ ਕਮਾ ਰਹੀ ਹਾਂ, ਠੀਕ ਹੈ, ਅਤੇ ਮੇਰੇ ਕੋਲ ਸਭ ਕੁਛ ਹੈਗਾ, ਮੈਨੂੰ ਲੱਗਦਾ ਹੈ ਕਿ ਉਹ ਚੀਜ਼ਾਂ ਮੈਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਜੇ ਤੁਸੀਂ ਇੱਥੇ ਮਿਹਨਤੀ ਹੋ, ਹੈ ਨਾ। ਤੁਹਾਨੂੰ ਦੁੱਖ ਸੁੱਖ ਕਿਸੇ ਆਪਦੇ ਦਾ ਛੱਡਣ ਦੀ ਲੋੜ ਨਹੀਂ ਜੇ ਤੁਸੀਂ ਇੱਥੇ ਕਮਾ ਸਕਦੇ ਹੋ। ਥੋੜ੍ਹਾ ਜਿਹਾ ਬੱਚਿਆਂ ਨੂੰ ਇਹਨਾਂ ਚੀਜ਼ਾਂ ਨੂੰ ਸਿੱਖਣ ਦੀ ਲੋੜ ਹੈ, ਸਮਝਣ ਦੀ ਲੋੜ ਹੈ। ਬੜਾ ਕੁਛ ਇੰਟਰਨੈਟ 'ਤੇ ਪਿਆ, ਬੜਾ ਕੁਛ ਬਹੁਤ ਸੋਹਣਾ ਪਿਆ, ਤੁਸੀਂ ਸਿੱਖ ਕੇ ਓਨੇ ਹੀ ਪੈਸੇ, ਉਸ ਤੋਂ ਵੱਧ ਪੈਸੇ ਕਮਾ ਸਕਦੇ ਹੋ। ਅਤੇ ਇਹ ਕੋਈ ਅੱਜ ਦਾ ਨਹੀਂ ਹੈਗਾ, ਅੱਜ ਤੋਂ ਘੱਟੋ ਘੱਟ 10-12 ਸਾਲ ਪਹਿਲਾਂ ਦੇ ਮੁੰਡੇ ਕੁੜੀਆਂ ਨੇ ਜੋ ਇੱਥੇ ਬੈਠੇ ਕਮਾ ਰਹੇ ਨੇ, ਚੁੱਪ ਚਪੀਤੇ ਕਰ ਰਹੇ ਨੇ, ਹੈ ਨਾ। ਥੋੜ੍ਹਾ ਜਿਹਾ ਅਵੇਅਰ ਹੋਵੋ, ਥੋੜ੍ਹਾ ਜਿਹਾ ਸਾਈਟਸ ਨੂੰ ਚੈੱਕ ਕਰੋ। ਬੜੀਆਂ ਸਾਈਟਸ ਇੰਟਰਨੈਟ 'ਤੇ ਪਈਆਂ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਸਿੱਖ ਕੇ ਬਹੁਤ ਕੁਝ ਕਰ ਸਕਦੇ ਹੋ। ਪਰ ਤੁਹਾਨੂੰ ਟੈਕਨੋਲੋਜੀ ਦੀ ਸਹੀ ਵਰਤੋਂ ਕਰਨੀ ਆਉਣੀ ਚਾਹੀਦੀ ਹੈ। ਨਹੀਂ ਤੁਹਾਨੂੰ ਸਮਝ ਆਉਂਦੀ, ਟਿਊਟੋਰੀਅਲਸ ਪਏ ਨੇ, ਤੁਸੀਂ YouTube ਤੋਂ ਹੀ ਸਟਾਰਟ ਕਰ ਲਓ। ਤੁਸੀਂ ਇਹੀ ਉਹਨੂੰ ਪੁੱਛ ਲਓ YouTube ਨੂੰ ਕਿ ਮੈਂ ਆਨਲਾਈਨ ਕੀ ਸਿੱਖਾਂ, ਕੀ ਕੋਰਸ ਕਰਾਂ, ਕੀ ਮੈਂ ਕਿਸ ਤਰ੍ਹਾਂ ਮੈਂ ਅਰਨ ਕਰ ਸਕਦਾ। 10 ਤਰ੍ਹਾਂ ਦੀਆਂ ਤੁਹਾਨੂੰ ਵਿਵਸਥਾਵਾਂ ਦੱਸ ਦੇਣਗੇ ਕਿਵੇਂ ਕਰੋਗੇ। ਬਿਲਕੁਲ ਬਿਲਕੁਲ। ਔਰ ਆਨਲਾਈਨ ਐਵੇਂ ਦੀਆਂ ਸਾਈਟਸ ਜਿਹੜੀਆਂ ਨੇ, ਤੁਸੀਂ ਬੱਚੇ ਜਿਹੜੇ ਆ naukri.com ਹੈਗੀ ਹੈ, ਜਾਂ ਆਪਣਾ ਇੰਡੀਡ ਹੈ, ਜਾਂ ਲਿੰਕਡਇਨ ਹੈ, ਇਹਨਾਂ ਚੀਜ਼ਾਂ 'ਤੇ ਸਿਰਫ ਆਪਣਾ CV ਅਪਲੋਡ ਕਰਕੇ ਛੱਡ ਦਿੰਦੇ ਆ, ਉਹ 'ਤੇ ਸਰਚ ਨਹੀਂ ਕਰਦੇ। ਮੈਂ ਕਹਿੰਦੀ ਹਾਂ ਕਿ ਜੇ ਤੁਸੀਂ ਦਿਨ ਦੀਆਂ 20 ਤੋਂ 30 ਜੌਬਸ ਅਪਲਾਈ ਕਰਦੇ ਹੋ ਨਾ, ਤਾਂ ਕਿਤੇ ਜਾ ਕੇ ਤੁਹਾਨੂੰ ਤੁਹਾਡੇ ਅਕੋਰਡਿੰਗ ਜੌਬ ਮਿਲੂਗੀ। ਮਿਹਨਤ ਤਾਂ ਕਰੋ ਨਾ। ਅਸੀਂ ਮਿਹਨਤ ਨਹੀਂ ਕਰਦੇ। ਸਾਨੂੰ ਕੀ ਹੈ ਕਿ ਅਸੀਂ 10ਵੀਂ ਜਾਂ 12ਵੀਂ ਕਰਕੇ ਉਸ ਤੋਂ ਬਾਅਦ ਇਹ ਭਾਲਦੇ ਹਾਂ ਕਿ ਸਾਨੂੰ ਨੌਕਰੀ ਜਿਹੜੀ ਆ ਉਹ 40-50 ਹਜ਼ਾਰ ਵਾਲੀ ਮਿਲ ਜੇ। 5 ਜਾਂ 7 ਤੋਂ ਤਾਂ ਅਸੀਂ ਸ਼ੁਰੂ ਕਰਨ ਦੀ ਸੋਚਦੇ ਹੀ ਨਹੀਂ, ਹੈ ਨਾ। ਹਾਂ, ਕਿਉਂਕਿ ਜੇ ਤੁਸੀਂ 5 ਜਾਂ 7 ਤੋਂ ਸ਼ੁਰੂ ਕਰੋਗੇ ਤਾਂ ਹੀ ਕਿਤੇ ਜਾ ਕੇ ਅੱਗੇ ਵਧੋਗੇ। ਸਾਨੂੰ ਇਹ ਹੈ ਕਿ ਸਿਰਫ 40 ਦੀ ਸਿੱਧੀ ਮਿਲ ਜੇ ਸਾਨੂੰ ਨੌਕਰੀ, ਤਾਂ ਸਾਡਾ ਵੇਲਾ ਪੂਰਾ ਹੋਊਗਾ। ਇਹ ਥੋੜ੍ਹੀ ਜਿਹੀ ਇੱਕ ਆਪਦੇ ਆਪ ਨੂੰ ਪਿੱਛੇ ਖਿੱਚਣ ਵਾਲੀ ਇੱਕ ਸੋਚ ਹੈ। ਤੇ ਕਿਉਂਕਿ ਜਦੋਂ ਅਸੀਂ ਵਿਦਿਆਰਥੀਆਂ ਨਾਲ ਵੀ ਗੱਲ ਕਰਦੇ ਹਾਂ ਨਾ, ਤਾਂ ਬੱਚਿਆਂ ਦੀ ਸੋਚ ਹੈ ਕਿ ਵੀ ਅਸੀਂ ਸਿੱਖਣਾ, ਉਹਨਾਂ ਦੀ ਸੋਚ ਹੁਣ ਨਹੀਂ ਰਹਿ ਗਈ, ਅਸੀਂ ਪੈਸਾ ਕਮਾਉਣਾ, ਹੈ ਨਾ। ਤੇ ਜਿਹੜੇ ਜਿਨ੍ਹਾਂ ਪਰਿਵਾਰਾਂ ਦੇ ਬੱਚੇ ਬਾਹਰ ਨਹੀਂ ਜਾ ਸਕਦੇ, ਹੈ ਨਾ, ਉਹਨਾਂ ਦਾ ਵੀ ਇਹ ਕਿ ਅਸੀਂ ਪੈਸਾ ਕਮਾਉਣਾ। ਚੰਗੀ ਗੱਲ ਹੈ, ਤੁਸੀਂ ਪੈਸਾ ਕਮਾਓ, ਜ਼ਿੰਦਗੀ ਲਈ ਬਹੁਤ ਜ਼ਰੂਰੀ ਹੈ ਨਾ। ਪਰ ਜਦੋਂ ਤੁਹਾਨੂੰ ਚੀਜ਼ਾਂ ਦਾ ਸਹੀ ਪਤਾ ਹੀ ਨਹੀਂ, ਤੇ ਫਿਰ ਉਦੋਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਵੀ 20-25 ਹਜ਼ਾਰ ਜਾਂ 30 ਹਜ਼ਾਰ ਜੇ ਅਸੀਂ ਕਮਾ ਲਿਆ ਤਾਂ ਉਹ ਬਹੁਤ ਹੈ। ਕਿਉਂਕਿ ਤੁਹਾਨੂੰ ਚੀਜ਼ਾਂ ਦਾ ਪਤਾ ਨਹੀਂ, ਤੁਹਾਨੂੰ ਇਸ ਲਈ ਬਹੁਤ ਲੱਗ ਰਿਹਾ ਉਹ, ਹੈ ਨਾ। ਤਾਂ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰੋ। ਬਿਲਕੁਲ। ਜਿੰਨਾ ਤੁਸੀਂ ਨਵਾਂ ਸਿੱਖੋਗੇ ਉਨਾ ਹੀ ਚੀਜ਼ਾਂ ਤੁਹਾਡੇ ਸਾਹਮਣੇ ਹੋਰ ਬਿਹਤਰ ਆਪਸ਼ਨਸ ਜਿਹੜੀਆਂ ਨੇ ਉਹ ਆਉਣਗੀਆਂ, ਪਰ ਤੁਹਾਨੂੰ ਹਿੰਮਤ ਉਹਦੇ ਲਈ ਖੁਦ ਕਰਨੀ ਪੈਣੀ ਹੈ ਨਾ। ਬਿਲਕੁਲ, ਮੌਕੇ ਨਾ ਛੱਡੋ। ਬੱਚੇ ਮੌਕੇ ਛੱਡਦੇ ਆ। ਬੱਚਿਆਂ ਨੂੰ ਹੁੰਦਾ ਕਿ ਚਲ ਛੱਡੋ, ਆ ਰਹਿਣ ਦਿਓ, ਆਪਾਂ ਇਹ ਕੀ ਕਰਕੇ ਲੈਣਾ, ਇਹ ਮੇਰੇ ਕੰਮ ਦਾ ਨਹੀਂ। ਪਤਾ ਨਹੀਂ ਤੁਹਾਡੀ ਜ਼ਿੰਦਗੀ 'ਚ ਤੁਹਾਨੂੰ ਕਿਹੜੀ ਚੀਜ਼ ਕਦੋਂ ਕੰਮ ਆ ਜਾਏ, ਕਦੋਂ ਜ਼ਰੂਰਤ ਪੈ ਜਾਏ। ਬਿਲਕੁਲ, ਹਾਂਜੀ। ਉਂਝ ਵੀ ਕਹਿੰਦੇ ਕਿ ਸਿੱਖਿਆ ਨਾ ਤੁਹਾਨੂੰ ਹਮੇਸ਼ਾ ਕੁਝ ਨਾ ਕੁਝ ਰਿਚਾ ਸਿੱਖਦੇ ਰਹਿਣਾ ਚਾਹੀਦਾ। ਬਿਲਕੁਲ, ਉਹ ਕਦੇ ਵਿਅਰਥ ਨਹੀਂ ਜਾਂਦਾ, ਕਿਤੇ ਨਾ ਕਿਤੇ ਤੁਹਾਡੇ ਕੰਮ ਆ ਹੀ ਜਾਂਦਾ। ਬਿਲਕੁਲ। ਰਿਚਾ, ਅਸੀਂ ਜੋ ਵੀ ਕਰਦੇ ਹਾਂ ਉਹ ਸਾਡੇ ਨਾ ਪਰਿਵਾਰਕ ਮਾਹੌਲ ਦਾ ਉਹਦੇ 'ਤੇ ਬਹੁਤ ਅਸਰ ਹੁੰਦਾ, ਹੈ ਨਾ। ਜਿਹੜੇ ਸਾਡੇ ਵਿਦਵਾਨ ਨੇ ਉਹ ਕਹਿੰਦੇ ਕਿ ਘਰ ਸਾਡੀ ਸ਼ਖਸੀ ਰਹਿਣੀ ਬਹਿਣੀ ਦਾ ਕੇਂਦਰ ਹੁੰਦਾ। ਸਾਡਾ ਆਚਰਣ ਸਾਡੇ ਘਰ ਦੇ ਵਿੱਚ ਬਣਦਾ, ਤੇ ਬਚਪਨ ਦਾ ਬਹੁਤ ਖਾਸ ਰੋਲ ਹੁੰਦਾ ਇਸ ਚੀਜ਼ ਦੇ ਵਿੱਚ, ਹੈ ਨਾ। ਤੁਸੀਂ ਪਹਿਲਾਂ ਆਪਣੇ ਪਿਤਾ ਜੀ ਦੇ ਬਾਰੇ ਗੱਲ ਕੀਤੀ ਕਿ ਉਹਨਾਂ ਨੇ ਬਹੁਤ ਸਾਰੀਆਂ ਨੌਕਰੀਆਂ, ਸਰਕਾਰੀ ਨੌਕਰੀਆਂ ਛੱਡੀਆਂ ਕਿ ਮੈਂ ਸਕੂਲ ਦੇ ਵਿੱਚ ਪੜ੍ਹਾਉਣਾ ਹੈ, ਇਸ ਲਈ, ਹੈ ਨਾ। ਤੇ ਤੁਸੀਂ ਗੱਲ ਹੋਰ ਵੀ ਦੱਸੀ ਕਿ ਜਿਸ ਵੇਲੇ ਤੁਹਾਡੇ ਦਾਦੀ ਜੀ ਦੀ ਮੌਤ ਹੋਈ ਤਾਂ ਉਸ ਵੇਲੇ ਤੁਸੀਂ ਹਰ ਰਸਮ ਦੇ ਵਿੱਚ ਸ਼ਮੂਲੀਅਤ ਕੀਤੀ। ਤਾਂ ਉਦੋਂ ਸਮਾਜ ਨੇ
ਕਿਸ ਤਰ੍ਹਾਂ ਲਿਆ ਇਸ ਚੀਜ਼ ਨੂੰ, ਕਿਉਂਕਿ ਅਸੀਂ ਨਾ ਇੱਕ ਖਾਸ ਖੇਤਰ ਵੰਡ ਕਰਤੀ ਜੀ ਜਾਂ ਆਪੇ ਕਰ ਲਈ ਕਿ ਇਹ ਕੰਮ ਕੁੜੀਆਂ ਕਰਦੀਆਂ ਨੇ, ਇਹ ਕੰਮ ਮੁੰਡੇ ਕਰਦੇ ਆ, ਹਨਾ। ਐਵੇਂ ਹੀ ਅਸੀਂ ਮੰਨਦੇ ਹਾਂ ਵੀ ਜਦੋਂ ਕਿਸੇ ਪਰਿਵਾਰ ਦੇ ਵਿੱਚ ਕੋਈ ਅਣਹੋਣੀ ਵਾਪਰ ਜਾਂਦੀ ਹੈ ਜੀ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ, ਅਸੀਂ ਕਹਿੰਦੇ ਵੀ ਕੁੜੀਆਂ ਜਿਹੜੀਆਂ ਨੇ, ਹਨਾ, ਜਾਂ ਜਿਹੜੀਆਂ ਔਰਤਾਂ ਹੁੰਦੀਆਂ ਉਹਨਾਂ ਨੂੰ ਤਾਂ ਅਸੀਂ ਸ਼ਮਸ਼ਾਨ ਘਰ ਦੇ ਨੇੜੇ ਵੀ ਨਹੀਂ ਲਿਜਾਂਦੇ, ਜੀ 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 ਰਸਤੇ 'ਚ ਹੀ ਪਿੱਛੇ ਬਿਠਾ ਦਿੱਤਾ ਜਾਂਦਾ, ਹਨਾ। ਜੀ ਤੁਸੀਂ ਉਸ ਵੇਲੇ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ, ਜੀ ਜੀ ਕਿਵੇਂ ਦਾ ਮਾਹੌਲ ਰਿਹਾ ਉਸ ਵੇਲੇ ਸਮਾਜਿਕ ਤੌਰ ਤੇ? ਭੈਣ ਐਕਚੁਅਲੀ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਇਹ ਘਰ 'ਚ ਮਾਹੌਲ ਨਹੀਂ ਸੀ ਮਤਲਬ ਕੋਈ ਭੇਦਭਾਵ ਵਾਲਾ ਮੁੰਡੇ ਕੁੜੀ ਵਾਲਾ, ਹੈ ਨਾ। ਅਤੇ ਮੇਰੇ ਡੈਡੀ ਨੂੰ ਇਹ ਲੱਗਦਾ ਸੀ ਕਿ ਮੇਰੇ ਚਾਚਾ ਜੀ ਦੀ ਬੇਟੀ ਅਤੇ ਮੈਂ ਉਸ ਟਾਈਮ ਮੇਰੇ ਦਾਦੀ ਦਾ ਜਦੋਂ ਪਿਛਲਾ ਟਾਈਮ ਸੀ ਅਸੀਂ ਇਕੱਠੇ ਰਹੇ ਹਾਂ ਉਹਨਾਂ ਨਾਲ, ਹੈ ਨਾ, ਜ਼ਿਆਦਾ ਟਾਈਮ ਅਤੇ ਸੰਭਾਲਿਆ ਅਸੀਂ ਜ਼ਿਆਦਾ, ਤਾਂ ਉਹਨਾਂ ਨੂੰ ਇਹ ਲੱਗਦਾ ਸੀ ਜਿਹੜਾ ਮੇਰੇ ਵੀਰ ਜੀ ਸੀ ਉਸ ਟਾਈਮ ਬਾਹਰ ਸੀ ਅਤੇ ਵੀ ਇਹਨਾਂ ਕੁੜੀਆਂ ਨੇ ਮੇਰੀ ਮਾਂ ਨੂੰ ਸਾਂਭਿਆ, ਹੈ ਨਾ। ਅਸਲ 'ਚ ਮੁੰਡੇ ਕੁੜੀ ਵਾਲੀ ਗੱਲ ਸਾਡੇ ਘਰ 'ਚ ਹੈ ਹੀ ਨਹੀਂ ਸੀ ਅਤੇ ਉਹਨਾਂ ਨੂੰ ਲੱਗਿਆ ਕਿ ਇਹ ਜ਼ਿਆਦਾ ਨੇੜੇ ਸੀ ਅਤੇ ਇਹੀ ਉਹਨਾਂ ਨੂੰ ਉਹਨਾਂ ਦੇ ਆਖਰੀ ਸਫ਼ਰ ਦੌਰਾਨ ਨਾਲ ਰਹਿਣਗੀਆਂ। ਅਤੇ ਫਿਰ ਉਹਨਾਂ ਨੇ ਸਾਨੂੰ ਕਿਹਾ ਕਿ ਮਤਲਬ ਤੁਸੀਂ ਮੋਢਾ ਦਿਓ ਬੀਬੀ ਨੂੰ, ਅਤੇ ਮੇਰੀ ਅਤੇ ਮੇਰੇ ਚਾਚਾ ਜੀ ਦੀ ਬੇਟੀ ਤੋਂ ਉਹਨਾਂ ਨੇ ਮੋਢਾ ਦਵਾਇਆ। ਤਾਂ ਉਸ ਟਾਈਮ ਦੌਰਾਨ ਬੜੇ ਲੋਕਾਂ ਨੇ ਇਸ ਚੀਜ਼ ਨੂੰ ਐਪਰੀਸ਼ੀਏਟ ਕੀਤਾ, ਬੜੇ ਲੋਕਾਂ ਨੇ ਇਹ ਕਿਹਾ ਕਿ ਕੁੜੀਆਂ ਤੋਂ ਕਰਵਾਤਾ। ਅਤੇ ਪਰ ਮੇਰੇ ਡੈਡੀ ਦਾ ਕੰਮ ਇਹ ਹੁੰਦਾ ਕਿ ਵੀ ਮਤਲਬ ਤੁਸੀਂ ਬੱਚਿਆਂ ਨੂੰ ਜ਼ਿੰਮੇਵਾਰੀ ਦਿਓ, ਇਹ ਜ਼ਿੰਮੇਵਾਰੀ ਹੁਣ ਤੱਕ ਇਹਨਾਂ ਨੇ ਨਿਭਾਈ ਹੈ ਤਾਂ ਅੱਗੇ ਵੀ ਇਹੀ ਨਿਭਾਉਣਗੀਆਂ। ਅਤੇ ਮਤਲਬ ਮੋਢਾ ਦੇਣ ਵੇਲੇ ਮੈਂ ਕਿਸੇ ਹੋਰ ਨੂੰ ਨਹੀਂ ਲਾਉਂਦਾ, ਇਹ ਮੇਰੀ ਮਾਂ ਦਾ ਸਫ਼ਰ ਸੀ, ਇਹਨਾਂ ਨਾਲ ਹੀ ਇਹ ਖ਼ਤਮ ਹੁੰਦਾ। ਅਤੇ ਉਹਨਾਂ ਨੇ ਉਸ ਟਾਈਮ ਸਾਨੂੰ ਮਤਲਬ ਐਂਡ ਮੂਮੈਂਟ ਤੱਕ ਸਾਨੂੰ ਉਹਨਾਂ ਨੇ ਨਾਲ ਰੱਖਿਆ। ਅਤੇ ਬਾਕੀ ਦੂਸਰੀ ਚੀਜ਼ ਇਹ ਰਹੀ ਕਿ ਮੇਰੇ ਮੰਮਾ ਦਾ ਰੋਲ ਬੜਾ ਵਧੀਆ ਸੀ, ਮੇਰੇ ਮੰਮਾ ਅਤੇ ਮੇਰੀ ਦਾਦੀ ਦੇ ਆਪਸ 'ਚ ਬਹੁਤ ਜ਼ਿਆਦਾ ਬਣਦੀ ਸੀ ਅਤੇ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸੀਗਾ ਕਿ ਮੇਰੀਆਂ ਬੱਚੀਆਂ ਇਹਨਾਂ ਦੇ ਨਾਲ ਰਹਿਣ। ਅਤੇ ਸਾਡੀ ਫੈਮਿਲੀ ਦੇ ਵਿੱਚ ਕਦੇ ਇਹ ਚੀਜ਼ ਆਈ ਨਹੀਂ ਅਤੇ ਅਪਬ੍ਰਿੰਗਿੰਗ ਹੀ ਨਹੀਂ ਹੋਈ ਇਸ ਤਰ੍ਹਾਂ ਦੀ ਕਿ ਕੋਈ ਭੇਦਭਾਵ ਵਾਲੀ ਹੋਵੇ, ਹੈ ਨਾ। ਤਾਂ ਕਿਸੇ ਨੇ ਕਰਿਆ ਵੀ ਹੋਊਗਾ ਤਾਂ ਉਸ ਚੀਜ਼ ਨੂੰ ਬਹੁਤਾ ਕਿਸੇ ਨੇ ਗੌਲਿਆ ਹੀ ਨਹੀਂ। ਕਿਉਂਕਿ ਨਾ ਵਧੇਰੇ ਕਰਕੇ ਪਰਿਵਾਰਕ ਮੈਂਬਰਾਂ ਨੂੰ ਅਸੀਂ ਕਹਿੰਦੇ ਹਾਂ ਵੀ ਬਹੁਤ ਵਾਰ ਐਵੇਂ ਹੁੰਦਾ ਕਿ ਤੁਹਾਡੀ ਕਿਸੇ ਗੱਲ ਤੋਂ ਨਾ ਤੁਹਾਡੇ ਘਰਦਿਆਂ ਨੂੰ ਕੋਈ ਇੰਨੀ ਸਮੱਸਿਆ ਨਹੀਂ ਹੁੰਦੀ ਜਿੰਨੀ ਬਾਹਰ ਵਾਲਿਆਂ ਨੂੰ ਹੋ ਜਾਂਦੀ ਹੈ। ਹਾਂਜੀ ਹਾਂ ਬਿਲਕੁਲ, ਹੈ ਨਾ। ਹਾਂਜੀ। ਅਤੇ ਖਾਸ ਕਰਕੇ ਮੈਨੂੰ ਲੱਗਦਾ ਹੁੰਦਾ ਵੀ ਔਰਤਾਂ ਦੇ ਮਾਮਲੇ 'ਚ ਨਾ ਅਸੀਂ ਜ਼ਿਆਦਾ ਜਿਹੜੀ ਨੁਕਤਾਚੀਨੀ ਆ ਉਹ ਅਸੀਂ ਆਪੇ ਕਰਦੀਆਂ ਜੀ ਆਪਣੀਆਂ ਬਹੁਤ ਸਾਰੀਆਂ ਗੱਲਾਂ 'ਤੇ, ਹੈ ਨਾ। ਜੀ ਜੀ ਹਾਲਾਂਕਿ ਮੇਰੀ ਇਸ ਗੱਲ ਦੇ ਨਾਲ ਬਹੁਤ ਸਾਰੀਆਂ ਭੈਣਾਂ ਸਾਡੀਆਂ ਸਹਿਮਤ ਨਹੀਂ ਹੋਣਗੀਆਂ, ਹਾਂਜੀ ਪਰ ਇਹ ਸੱਚੀ ਇਹ ਐਵੇਂ ਦਾ ਜਿਹੜਾ ਇੱਕ ਹਿੱਸਾ ਹੁੰਦਾ ਜਿੱਥੇ ਮੈਨੂੰ ਲੱਗਦਾ ਕਿ ਬੰਦੇ ਸ਼ਾਇਦ ਉਨੀ ਜਿਹੜੀ ਹੈ ਪੜਚੋਲ ਨਹੀਂ ਕਰਦੇ ਜਿੰਨਾ ਅਸੀਂ ਕਹਿੰਦੇ ਹਾਂ ਵੀ ਕੀ ਸ਼ਗਨ ਅਪਸ਼ਗਨ ਜਿਹੜੇ ਆ, ਬਹੁਤ ਸਾਰੇ ਵਹਿਮਾਂ ਦੇ ਵਿੱਚ ਅਸੀਂ ਉਲਝਾਇਆ ਹੋਇਆ। ਤੁਸੀਂ ਮਿਸਾਲ ਔਰ ਚਾ ਬਾਕੀ ਉਹਨਾਂ ਸਾਰੀਆਂ ਕੁੜੀਆਂ ਲਈ ਜਿਨ੍ਹਾਂ ਨੂੰ ਲੱਗਦਾ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਵੀ ਕੰਮ ਕਰਨ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਘਰ ਦੇ ਵਿੱਚ ਸਰ ਰਿਹਾ ਕੰਮ ਅਸੀਂ ਆਪਣੇ ਆਪ ਲਈ ਕਰਦੇ ਹਾਂ ਜੀ, ਆਪਣੇ ਵਾਧੇ ਲਈ ਕਰਦੇ ਹਾਂ ਜੀ, ਕਿਉਂਕਿ ਅਸੀਂ ਮਾਨਸਿਕ ਤੌਰ ਤੇ ਵੀ ਜਦੋਂ ਅਸੀਂ ਕਿਸੇ ਨਵੇਂ ਕੰਮ 'ਚ ਪੈਂਦੇ ਹਾਂ ਅਸੀਂ ਬਹੁਤ ਕੁਝ ਨਵਾਂ ਸਿੱਖਦੇ ਹਾਂ ਬਿਲਕੁਲ, ਹੈ ਨਾ। ਅਸੀਂ ਅੱਗੇ ਉਹਦੇ ਨਾਲ ਸਮੇਂ ਦੇ ਨਾਲ ਉਂਝ ਵੀ ਅਸੀਂ ਵੱਧਦੇ ਰਹਿੰਦੇ ਹਾਂ। ਸਾਨੂੰ ਮਿਹਨਤ ਕਰਦੇ ਵੇਖ ਕੇ ਸਾਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਨਹੀਂ ਪੈਂਦਾ ਜੀ ਤੁਸੀਂ ਮਿਹਨਤ ਕਰੋ, ਉਹ ਜ਼ਰੂਰ ਕਰਨਗੇ ਜੇ ਉਹਨਾਂ ਨੇ ਆਪਣੇ ਮਾਂ-ਪਿਓ ਨੂੰ ਮਿਹਨਤ ਕਰਦੇ ਹੋਏ ਦੇਖਿਆ, ਹੈ ਨਾ। ਅਖੀਰ 'ਚ ਕੀ ਕਹਿਣਾ ਚਾਹੋਗੇ? ਅਖੀਰ 'ਚ ਮੈਂ ਇਹ ਕਹਿਣਾ ਚਾਹੂੰਗੀ ਕਿ ਆਪਣੇ ਪੈਰਾਂ 'ਤੇ ਆਪ ਖੜ੍ਹੇ ਹੋਵੋ, ਹੈ ਨਾ, ਕਿਸੇ 'ਤੇ ਨਿਰਭਰ ਨਾ ਹੋਵੋ। ਮੇਰੇ ਮੰਮੀ ਕਹਿੰਦੇ ਹੁੰਦੇ ਸੀਗੇ ਕਿ ਮੇਰੇ ਮੰਮੀ ਨਾ ਖਿਡਾਰੀ ਸੀ ਡਿਸਕਸ ਥਰੋ ਦੇ, ਉਹਨਾਂ ਦੇ ਮਨ 'ਚ ਇਹ ਚੀਜ਼ ਚੱਲਦੀ ਸੀ ਕਿ ਮੈਂ ਸ਼ਾਇਦ ਮਤਲਬ ਮੇਰੇ ਹਸਬੈਂਡ 'ਤੇ ਨਿਰਭਰ ਹੋਈ ਹਾਂ, ਮੈਂ ਆਪ ਨਹੀਂ ਕਮਾ ਸਕੀ ਜਾਂ ਮੈਂ ਆਪ ਕੁਛ ਕਰ ਨਹੀਂ ਸਕੀ ਅਤੇ ਉਹਨਾਂ ਨੂੰ ਲੱਗਦਾ ਸੀ ਕਿ ਤੂੰ ਐਵੇਂ ਦਾ ਨਹੀਂ ਬਣਨਾ, ਹੈ ਨਾ। ਅਤੇ ਮੈਂ ਉਹੀ ਚੀਜ਼ ਆਪਦੇ ਆਪ 'ਤੇ ਅਪਣਾਈ ਹੈ। ਮੈਂ ਇਹ ਕਹਿਣੀ ਹੈ ਕਿ ਮਤਲਬ ਆਪਦੇ ਆਪ ਨੂੰ ਨਾ ਤਰਸਯੋਗ ਪਾਤਰ ਨਾ ਬਣਾਓ। ਕੋਈ ਵੀ ਚੀਜ਼ ਔਖੀ ਨਹੀਂ ਹੁੰਦੀ, ਕੋਈ ਵੀ ਚੀਜ਼ ਇਹੀ ਜਿਹੀ ਨਹੀਂ ਜੋ ਤੁਸੀਂ ਕਰ ਨਹੀਂ ਸਕਦੇ। ਔਰ ਪਰਮਾਤਮਾ ਨੇ ਤਾਂ ਫੀਮੇਲ ਨੂੰ ਇੰਨਾ ਜ਼ਿਆਦਾ ਸਟਰੋਂਗ ਬਣਾਇਆ, ਮੇਲਸ ਦਾ ਨਾਲ ਤਾਂ ਕੋਈ ਆਪਾਂ ਤਰਜਮਾ ਨਹੀਂ ਕਰਦੇ। ਕੁੜੀਆਂ ਆਪ ਹੀ ਕਿਤੇ ਨਾ ਕਿਤੇ ਆਪਦੇ ਆਪ ਨੂੰ ਪਿੱਛੇ ਸਿੱਟ ਲੈਂਦੀਆਂ ਨੇ ਜੀ, ਸਿਰਫ ਇਸੇ ਕਾਰਨ ਕਰਕੇ ਕਿ ਸੌਖਾ ਹੋ ਜੇ ਕੰਮ। ਪਰ ਮੈਨੂੰ ਲੱਗਦਾ ਕਿ ਉੱਠੋ, ਕੰਮ ਕਰੋ, ਜ਼ਿੰਦਗੀ ਜਿਉਣ ਦਾ ਨਾਮ ਹੈ, ਉਹਨੂੰ ਜਿਉਵੋ ਅਤੇ ਜੇ ਜਿਉਵੋਗੀਆਂ ਤਾਂ ਜ਼ਿੰਦਗੀ ਨੂੰ ਖੂਬਸੂਰਤ ਕਰ ਲਓਗੇ, ਨਹੀਂ ਜਿਉਵੋਗੇ ਤਾਂ ਬਸ ਫਿਰ ਇਹੀ ਹੈ ਕਿ 60 ਕੁ ਸਾਲ ਦੀ ਉਮਰ ਹੈ, ਭੋਗ ਕੇ ਆਪਾਂ ਜਾਣਾ ਹੀ ਹੈ।
ਤਾਂ ਉਹਨੂੰ ਤੁਸੀਂ ਜਿੰਨਾ ਖੂਬਸੂਰਤ ਕਰੋਗੇ ਓਨਾ ਤੁਹਾਡੇ ਲਈ ਚੰਗਾ ਹੈ। ਔਰ ਇਹ ਸਫ਼ਰ ਹੈ, ਵਧੀਆ ਜਿਉਵੋ ਤੇ ਖੁਸ਼ ਰਹੋ ਬਸ। ਜੀ ਹਾਂਜੀ। ਰਿਚਾ, ਤੁਸੀਂ ਸਾਡੇ ਨਾਲ ਗੱਲ ਕੀਤੀ, ਆਪਣੇ ਘਰੇ ਬੁਲਾਇਆ, ਤੁਹਾਡਾ ਬਹੁਤ ਧੰਨਵਾਦ। ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਿ ਤੁਸੀਂ ਮੇਰੇ ਕੋਲ ਆਏ ਆਪਣਾ ਸਮਾਂ ਕੱਢ ਕੇ, ਹੈ ਨਾ। ਇਸ ਟਾਈਮ ਜ਼ਿੰਦਗੀ ਇੰਨੀ ਤੇਜ਼ੀ ਨਾਲ ਚੱਲਦੀ ਹੈ ਕਿ ਕਿਸੇ ਕੋਲ ਸਮਾਂ ਹੁੰਦਾ ਹੀ ਨਹੀਂ, ਹੈ ਨਾ। ਪਰ ਮੈਨੂੰ ਲੱਗਦਾ ਕਿ ਮੈਂ ਖੁਸ਼ ਨਸੀਬ ਹਾਂ ਕਿ ਤੁਸੀਂ ਇੱਥੇ ਪਹੁੰਚੇ, ਤੁਸੀਂ ਆਏ, ਮੈਨੂੰ ਛੋਟੇ ਜਿਹੇ ਬੰਦੇ ਨੂੰ ਇੰਨਾ ਕੁ, ਹੈ ਨਾ, ਮੌਕਾ ਦਿੱਤਾ ਕਿ ਮੈਂ ਸਕਰੀਨ 'ਤੇ ਆ ਅਸੀਂ ਸਕਾਂ। ਬਹੁਤ ਕੁਝ ਸਿੱਖ ਕੇ ਜਾ ਰਹੇ ਹਾਂ ਤੁਹਾਡੇ ਤੋਂ। ਇਹ ਮੇਰੀ ਇੱਕ ਖੁਸ਼ਨਸੀਬੀ ਹੈ ਕਿ ਕੋਈ ਮੇਰੇ ਤੋਂ ਸਿੱਖਦਾ, ਤੇ ਮੈਨੂੰ ਲੱਗਦਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ। ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਕੋਲ ਪਹੁੰਚੇ, ਆਏ। ਸੋ ਜੇ ਤੁਸੀਂ ਉੱਡਣਾ ਚਾਹੁੰਦੇ ਹੋ ਨਾ, ਖੁੱਲ੍ਹੇ ਅੰਬਰ ਦੇ ਵਿੱਚ ਉਡਾਰੀਆਂ ਭਰਨਾ ਚਾਹੁੰਦੇ ਹੋ, ਤਾਂ ਉਹਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਖੰਭ ਖੋਲ੍ਹਣੇ ਪੈਣਗੇ ਅਤੇ ਉਹਦੇ ਲਈ ਮਿਹਨਤ ਆਪ ਕਰਨੀ ਪੈਣੀ ਹੈ। ਜਦੋਂ ਅਸੀਂ ਪੰਛੀਆਂ ਦੀ ਵੀ ਗੱਲ ਕਰਦੇ ਹਾਂ ਨਾ, ਤਾਂ ਕਹਿੰਦੇ ਨੇ ਕਿ ਬਾਜ਼ ਆਪਣੇ ਬੱਚੇ ਨੂੰ ਬਹੁਤ ਉਚਾਈ 'ਤੇ ਲੈ ਜਾਂਦਾ ਅਤੇ ਉੱਥੇ ਲਿਜਾ ਕੇ ਉਹ ਸੁੱਟ ਦਿੰਦਾ। ਬੱਚਾ ਡਰਦਾ ਹੈ ਕਿ ਕਿਤੇ ਮੈਂ ਥੱਲੇ ਡਿੱਗ ਕੇ ਮਰ ਨਾ ਜਾਵਾਂ, ਇਸ ਲਈ ਉਹ ਕੋਸ਼ਿਸ਼ ਕਰਦਾ ਅਤੇ ਆਪਣੇ ਖੰਭ ਖੋਲ੍ਹ ਕੇ ਉੱਡਣਾ ਸ਼ੁਰੂ ਕਰ ਦਿੰਦਾ। ਥੋੜ੍ਹਾ ਜਿਹੀ ਮਿਹਨਤ ਸਾਨੂੰ ਸਾਰਿਆਂ ਨੂੰ ਕਰਨੀ ਪੈਂਦੀ ਹੈ, ਆਪਣੇ ਕੰਫਰਟ ਜ਼ੋਨ ਨੂੰ ਛੱਡਣਾ ਪੈਂਦਾ ਜੇ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਖਾਸ ਕਰਨਾ ਚਾਹੁੰਦੇ ਹਾਂ। ਉਮੀਦ ਹੈ ਕਿ ਤੁਸੀਂ ਇਸ ਗੱਲਬਾਤ ਤੋਂ ਬਹੁਤ ਕੁਝ ਸਿੱਖਿਆ ਹੋਏਗਾ ਅਤੇ ਜ਼ਰੂਰ ਆਪਣੀ ਜ਼ਿੰਦਗੀ ਨੂੰ ਕਿਸੇ ਨਵੀਂ ਸੇਧ ਵੱਲ ਨੂੰ ਲੈ ਕੇ ਜਾਣ ਦੀ ਅਸੀਂ ਸਾਰੇ ਕੋਸ਼ਿਸ਼ ਕਰਾਂਗੇ ਕਿ ਕੁਝ ਚੰਗਾ ਜ਼ਰੂਰ ਕਰੀਏ, ਆਪਣੇ ਆਪ ਨੂੰ ਨਵੇਂ ਮੌਕੇ ਜ਼ਰੂਰ ਦਈਏ। ਇਸ ਦੇ ਨਾਲ ਹੀ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ।